ਲੀਆਂ। ਤੁਮਾਰੇ ਸੱਚੇ ਪਾਤਸ਼ਾਹ ਸੁੱਖਾਂ ਦੇ ਦਾਤੇ ਸਤਿਗੁਰੂ ਦੀ ਬਾਣੀ ਦੇ ਬਚਨ ਨੇ। ਭਾਗ ਅਠੜੇ ਹਰ ਸੰਤ ਤੁਮਾਰੇ। ਕਹਿੰਦੇ ਸੰਤੋ ਤੁਹਾਡੇ ਭਾਗ ਬਹੁਤ ਹੀ ਚੰਗੇ ਨੇ, ਬਹੁਤ ਵੱਡੇ ਭਾਗ ਨੇ। ਜਿਨ ਘਰ ਧਨ ਹਰ ਨਾਮਾ, ਕਿਉਂਕਿ ਤੁਹਾਡੇ ਕੋਲ ਰੱਬ ਦਾ ਨਾਮ ਹੈ। ਤੇ ਸਾਧ ਸੰਗਤ ਕਿਸੇ ਕੋਲੇ 200 ਤੋਲਾ ਸੋਨਾ ਵੀ ਹੋਵੇ ਨਾ ਤੇ ਮਾਣ ਨਾ ਕਰਿਓ, ਕਿਉਂਕਿ ਨਾਲ ਤਾਂ ਅੱਧਾ ਤੋਲਾ ਵੀ। ਅੱਧਾ ਕੀ, ਬਾਬੇ ਫਰੀਦ ਨੇ ਸੂਈ ਦਿੱਤੀ ਸੀ ਕਿਸੇ ਸੇਠ ਨੂੰ, ਕਹਿੰਦੇ ਲੈ ਆਈ, ਅਗਲੀ ਦਰਗਾਹ 'ਚ ਲਵਾਂਗੇ ਤੇਰੇ ਕੋਲੋਂ। ਤੇ ਉਹ ਘਰਵਾਲੀ ਨੂੰ ਕਹਿੰਦਾ ਸਾਂਭ ਕੇ ਰੱਖੀ। ਗੁਰੂ ਨਾਨਕ ਸਾਹਿਬ ਕਹਿੰਦੇ ਸੀ ਅੱਗੇ ਲਵਾਂਗੇ। ਉਹ ਕਹਿੰਦੀ ਭਲਿਆ ਤੂੰ ਕਮਲਾ ਏ, ਜਦੋਂ ਬੰਦਾ ਦੁਨੀਆ ਤੋਂ ਜਾਂਦਾ ਉਹਦਾ ਤਾਂ ਸਰੀਰ ਵੀ ਨਹੀਂ ਨਾਲ ਜਾਂਦਾ, ਤੂੰ ਸੂਈ ਲਿਜਾਣ ਦੀ ਗੱਲ ਕਰਦਾ। ਉੱਥੇ ਕਪਾਟ ਖੁੱਲ੍ਹ ਗਏ, ਆਨੰਦ ਬਣ ਗਿਆ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਕਰਿਆ ਕਰੋ, ਭਾਵੇਂ 10 ਮਿੰਟ ਕਰਿਆ ਕਰੋ। 60-70 ਸਾਲ ਆਪਣੀ ਉਮਰ ਹੈ, ਅੱਧੀ ਕੁ ਲੰਘ ਗਈ ਹੈ, ਥੋੜ੍ਹੀ ਬਹੁਤ ਬਾਕੀ ਹੈ। ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਵਾਨ ਗਣੀ ਸੇਈ ਇਹ ਆਏ। ਉਹਨਾਂ ਦਾ ਹੀ ਆਇਆ ਪ੍ਰਵਾਨ ਹੈ, ਸਫਲ ਤਿਨਾਂ ਕੇ ਕੰਮ। ਜਿਨ੍ਹਾਂ ਨੇ ਇੱਥੇ ਆ ਕੇ ਅਸਲੀ ਕੰਮ ਕੀਤਾ ਉਹ ਕੀ ਹੈ? ਪਰਮੇਸ਼ਰ ਦੀ ਬੰਦਗੀ, ਵਾਹਿਗੁਰੂ ਦਾ ਸਿਮਰਨ, ਸਤਿਗੁਰਾਂ ਦਾ ਜਸ। ਬਾਕੀ ਕੀ ਲੈ ਕੇ ਆਏ ਤੇ ਕੀ ਲੈ ਕੇ ਜਾਣਾ ਹੈ? ਨਾ ਕੁਛ ਲਿਆਏ ਨਾ ਕੁਛ ਲਿਜਾਣਾ ਹੈ। ਬਸ ਮਹਾਰਾਜ ਕਹਿੰਦੇ ਜਿਨੀ ਨਾਮ ਗਏ ਅਸਲ ਮਸ਼ੱਕਤ ਉਹਨਾਂ ਘਾਲੀ ਜਿਨ੍ਹਾਂ ਨੇ ਨਾਮ ਜਪਿਆ। ਬਾਕੀ ਕਿਸੇ ਨੇ 25 ਸਾਲ ਕਮਾਈ ਕੀਤੀ, ਕਿਸੇ ਨੇ 50 ਸਾਲ ਇੰਨੀ ਕਮਾਈ ਕੀਤੀ ਵੀ ਘਰ ਸੋਨੇ ਦਾ ਬਣਾਤਾ। ਤੇ ਪਰ ਮਾਰੇ ਕਹਿੰਦੇ ਉਹ ਤੇਰਾ ਥੋੜ੍ਹਾ, ਉਹ ਤੇ ਤੇਰੇ ਬੱਚਿਆਂ ਨੇ ਸਾਂਭ ਲੈਣਾ। ਤੂੰ ਤਾਂ ਫੇਰ ਰਹਿ ਗਿਆ ਨਾ ਖਾਲੀ ਦਾ ਖਾਲੀ। ਤੈਨੂੰ ਤਾਂ 2 ਮੀਟਰ ਕੱਪੜਾ ਮਿਲਣਾ ਚਿੱਟਾ, ਉਹ ਵੀ ਉੱਥੇ ਸੜ ਜਾਣਾ। ਇਸ ਕਰਕੇ ਮਹਾਰਾਜ ਨੇ ਸਾਨੂੰ ਸੰਗਤ ਦਿੱਤੀ ਹੈ ਕਿ ਭਾਈ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਗੁਰੂ ਸਾਹਿਬ ਦੇ ਦੇਣੇ ਹੀ ਹਨ। ਤੇ ਬਾਬਾ ਕਬੀਰ ਸਾਹਿਬ ਨੇ ਹੋਰ ਛੋਟ ਕਰਤੀ, ਕਹਿੰਦੇ ਚੱਲ 2.5 ਘੰਟੇ ਨਹੀਂ, 2 ਹੀ ਸਹੀ। 2 ਨਹੀਂ, 1 ਘੰਟਾ ਹੀ, 1 ਨਹੀਂ, ਅੱਧਾ ਘੰਟਾ ਹੀ, ਅੱਧਾ ਨਹੀਂ, 15 ਮਿੰਟ ਹੀ ਆ ਤੇ ਜਾਇਆ ਕਰ। ਏਕ ਘੜੀ ਆਦਿ ਹੂੰ ਭਗਤਨ ਸੇਤੀ ਗੋਸ਼ਟੇ ਜੋ। ਜਿੱਦਾਂ ਮਹਾਂਪੁਰਖ ਸਿੱਧੇ ਸ਼ਬਦਾਂ 'ਚ ਸਮਝਾਉਂਦੇ, ਕਹਿੰਦੇ ਭੈਣੋ ਤੁਸੀਂ 5 ਕਿਲੋ ਦਾਲ ਧਰਦੀਆਂ ਹੋ ਤੇ ਲੂਣ ਕਿੰਨਾ ਪਾਉਂਦੀਆਂ ਵਿੱਚ? 5 ਕਿਲੋ? ਕਹਿੰਦੇ ਨਹੀਂ ਜੀ, ਲੂਣ ਤਾਂ 2 ਚਮਚੇ ਪਾਈਦਾ। ਕਹਿੰਦੇ ਕਿਉਂ? ਕਹਿੰਦੇ ਉਹਨੇ ਨਾ ਰਸ ਬਣ ਜਾਂਦਾ ਹੈ। ਤੇ ਮਹਾਂਪੁਰਖ ਕਹਿੰਦੇ ਕੋਈ ਸਿੱਖਿਆ ਲੈ ਲਓ ਦਾਲ ਨੂਣ ਤੋਂ ਹੀ। ਕਹਿੰਦੇ ਬਾਬਾ ਜੀ ਦਾਲ ਨੂਣ ਤੋਂ ਕਾਹਦੀ ਸਿੱਖਿਆ ਲਈਏ? ਕਹਿੰਦੇ ਕਮਲਿਓ ਕਿੰਨੀ ਵੱਡੀ ਸਿੱਖਿਆ ਹੈ ਕਿ ਜੇ 5 ਕਿਲੋ ਦਾਲ 2 ਚਮਚੇ ਨੂਣ ਦੇ ਨਾਲ ਰਸ ਨਾ ਭਰ ਜਾਂਦੀ ਹੈ, ਤੂੰ 24 ਘੰਟਿਆਂ 'ਚੋਂ ਕਿਤੇ 20-25 ਮਿੰਟ ਹੀ ਮਹਾਰਾਜ ਨੂੰ ਦੇ ਦਿਆ ਕਰ। ਅੱਜ ਆਪਾਂ ਸਾਰਿਆਂ ਦੀ ਜ਼ਿੰਦਗੀ 'ਚ ਰਸ ਥੋੜ੍ਹਾ ਹੈਗਾ, ਭੜਥੂ ਹੀ ਪਿਆ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚੇਤੇ ਉਦਾਸ, ਥੋੜ੍ਹੇ ਸਾਰੇ ਦੁਖੀ, ਇੱਕ ਸੁਖੀ ਰੱਬ ਦੇ। ਉਹ ਵਧੀਆ ਸਗੋਂ ਜਿਹੜੇ ਪ੍ਰੇਮ ਨਾਲ ਚੌਂਕੜਾ ਮਾਰ ਕੇ ਆਪਦਾ ਸਿਮਰਨ ਬੰਦਗੀ ਕਰ ਰਿਹਾ ਹੈ। ਅੱਜ ਵੀ ਹਰਿਮੰਦਰ ਸਾਹਿਬ ਜਾਓਗੇ ਲੰਗਰ ਹਾਲ 'ਚ ਥੋੜ੍ਹੇ ਦਿਨ ਸੇਵਾ ਕੀਤੀ, ਇੱਦਾਂ ਦੀਆਂ ਰੂਹਾਂ ਨਾਲ ਮੇਲ ਹੋਇਆ ਕਿ ਕੋਈ 50 ਕਰੋੜ ਦਾ ਮਾਲਕ ਹੈ, ਕੋਈ ਅਰਬਪਤੀ ਹੈ। ਤੇ ਪੁੱਛਿਆ ਜੀ ਤੁਸੀਂ ਇੱਥੇ? ਕਹਿੰਦੇ ਬਸ ਛੱਡਤਾ ਸਭ ਕੁਛ। ਇੰਨਾ ਆਨੰਦ ਆਉਂਦਾ ਸੰਗਤ ਦੇ ਭਾਂਡੇ ਮਾਂਜ ਕੇ, ਪ੍ਰਸ਼ਾਦੇ ਵਰਤਾ ਕੇ। ਇੰਨਾ ਤਾਂ ਡਾਲਰ ਪਾਉਂਡਰਾਂ ਦਾ ਕਮਰਾ ਭਰਿਆ ਹੋਵੇ ਤੇ ਉਹਦੇ 'ਚ ਬਹਾਇਆ ਹੋਵੇ ਤਾਂ ਵੀ BP ਲੋ ਆਈ ਹੋਵੇਗਾ। ਅਸਲ 'ਚ ਉਹਨਾਂ ਵੇਖਿਆ ਸਾਰਾ ਕੁਝ ਤਾਂ ਹੀ ਹੈ। ਪਿੱਛੇ ਜਿਹੇ ਇੱਕ ਖਬਰ ਵੀ ਆਈ ਸੀ ਵੀ ਇੰਗਲੈਂਡ ਤੋਂ ਰੋਜ਼ ਇੱਕ ਵੀਰ ਸਿਰਫ ਹਰਿਮੰਦਰ ਸਾਹਿਬ ਆਉਂਦਾ, ਉਹਦਾ ਆਪਣਾ ਹੀ ਕਾਰੋਬਾਰ, ਆਪਣੇ ਪਲੇਨ ਹੈ ਤੇ ਆਉਂਦਾ ਕੀ ਕਰਨਾ? ਜੋੜਿਆਂ ਦੀ ਸੇਵਾ। ਕਮਾਲ ਦੀ ਗੱਲ, ਸਾਡੇ ਬੂਹੇ ਅੱਗੇ ਗੁਰਦੁਆਰਾ ਕਦੇ ਮਹੀਨੇ ਮੱਸਿਆ ਨਹੀਂ ਮੱਥਾ ਟੇਕਿਆ। ਕਿੱਥੇ ਇੰਗਲੈਂਡ ਤੇ ਕਿੱਥੇ ਹਰਿਮੰਦਰ ਸਾਹਿਬ। ਅਸੀਂ ਤੇ ਗੁਰੂ ਘਰ ਜਾਈਏ ਤੇ ਲੜਨ ਲੁੜਨ ਜਾਈਦਾ, ਕਿਤੇ ਸੱਦਾ ਆਇਆ ਹੋਏ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦੇ ਪਿਆਰੇ ਬਚਨ ਸਾਨੂੰ ਮਹਾਰਾਜ ਨੇ ਦਿੱਤੇ ਹਨ ਕਿ ਭਾਈ ਜੇ ਜ਼ਿੰਦਗੀ 'ਚ ਰਸ ਲੈ ਕੇ ਆਉਣਾ ਏ ਤੇ ਜਿੱਦਾਂ ਦਾਲ ਦੇ ਵਿੱਚ 2 ਚਮਚੇ ਹੈ, ਤੂੰ ਵੀ 24 ਘੰਟਿਆਂ 'ਚ ਕੋਈ 20-25 ਮਿੰਟ ਮਹਾਰਾਜ ਨੂੰ ਭੇਟਾ ਕਰਦੇ, ਤੇਰੀ ਜ਼ਿੰਦਗੀ 'ਚ ਰਸ ਆ ਜਾਏਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
बड़े सोहने लगदे, ਜਿਹੜੇ ਸੰਗਤ 'ਚ ਬਹਿੰਦੇ ਹੈ ਪਰ ਮਹਾਰਾਜ ਤੇਰੀ ਬੰਦਗੀ ਕਰਦੇ ਹੈ। ਹੁਣ ਇੱਕ ਦੁਨਿਆਵੀ ਦੁਨੀਆ ਹੈ, ਹਰ ਬੰਦਾ ਸੋਹਣਾ ਹੈ ਆਪਣੀ ਜਗ੍ਹਾ, ਅਤੇ ਹਰ ਕੋਈ ਸੋਹਣੇ ਨੂੰ ਪਸੰਦ ਕਰਦਾ ਹੈ, ਪਰ ਦੁਨੀਆ ਪਸੰਦ ਕਰੇ ਤਾਂ ਕੀ ਦੇ ਸਕਦੀ ਹੈ? ਇਹੋ ਹੀ ਕਹਿ ਦੂਗੀ ਬਿਊਟੀਫੁਲ, ਅਤੀ ਸੁੰਦਰ, ਬਹੁਤ ਪਿਆਰਾ, ਇਦੋਂ ਵੱਧ ਕੁਛ ਨਹੀਂ ਦੇਣਾ। ਮਰ ਕਹਿੰਦੇ ਬਾਬਾ ਨਾਨਕ ਜੀ ਕਹਿੰਦੇ ਜਦੋਂ ਕੋਈ ਵਾਹਿਗੁਰੂ 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 ਕਰਦਾ ਮੈਨੂੰ ਇੰਨਾ ਸੋਹਣਾ ਲੱਗਦਾ। ਅਤੇ ਫਿਰ ਪੁੱਛਿਆ ਮਹਾਰਾਜ ਕੀ ਦਓਗੇ? ਪਾਤਸ਼ਾਹ ਕਹਿੰਦੇ ਮੈਂ ਬੈਕੁੰਠ ਦੇ ਬੂਹੇ ਖੋਲ੍ਹ ਦੂੰਗਾ, ਸੱਚਖੰਡ ਦੇ ਸੱਚਖੰਡ ਵਸੈ। ਸੱਚਖੰਡ ਦੇ ਵਿੱਚ ਬਾਣੀ ਕਹਿੰਦੀ ਕੌਣ ਰਹਿੰਦਾ? ਅਕਾਲ ਪੁਰਖ। ਅਤੇ ਜਿੱਥੇ ਅਕਾਲ ਪੁਰਖ ਰਹਿੰਦਾ ਉੱਥੇ ਆਨੰਦ ਹੀ ਹੈ। ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਕੋਲ ਇੱਕ ਸਿੱਖ ਆਇਆ, ਨਿੱਕਾ ਜਿਹਾ ਬੱਚਾ, ਬੜਾ ਪਿਆਰਾ ਬੜਾ ਸੋਹਣਾ, ਅਤੇ ਮਹਾਰਾਜ ਸਾਹਿਬ ਜੀ ਦੀ ਗੋਦੀ 'ਚ ਬੈਠਾ, ਪਿਆਰ ਕੀਤਾ। ਅਤੇ ਮਹਾਰਾਜ ਕਹਿੰਦੇ ਬਾਣੀ ਸਿੱਖੇਗਾ? ਕਹਿੰਦੇ ਮਹਾਰਾਜ ਜ਼ਰੂਰ। ਤੋ ਪਾਤਸ਼ਾਹ ਜੀ ਨੇ ਇੱਕ ਸਿੰਘ ਦੀ ਡਿਊਟੀ ਲਾਈ, ਕਹਿੰਦੇ ਇਹਨੂੰ ਬਾਣੀ ਸਿਖਾਓ। ਉਹਨੇ ਸੰਥਿਆ ਸ਼ੁਰੂ ਕੀਤੀ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਅਤੇ ਆਨੰਦ ਸਾਹਿਬ ਦੀ ਵਾਰੀ ਆਈ। ਅਤੇ ਜਦੋਂ ਕਿਹਾ ਰਾਮ ਕਲੀ ਮਹੱਲਾ ਤੀਜਾ, ਆਨੰਦ ਭਇਆ ਮੇਰੀ ਸਤਿਗੁਰੂ, ਬਸ ਉਸੇ ਪੰਕਤੀ 'ਤੇ ਅਟਕ ਗਿਆ, ਬਰੇਕਾਂ ਲਾ ਲਈਆਂ ਪੱਕੀਆਂ ਹੀ। ਉਹ ਜਿਹੜਾ ਸਿਖਾਉਣ ਵਾਲਾ ਸੀ ਉਹ ਕਵੇ ਅੱਗੇ, ਕਹਿੰਦਾ ਆਨੰਦ ਭਇਆ ਮੇਰੀ ਮਾਏ, ਕਹਿੰਦੇ ਅੱਗੇ, ਕਹਿੰਦਾ ਸਤਿਗੁਰੂ ਮੈਂ ਪਾਇਆ, ਕਹਿੰਦੇ ਅੱਗੇ, ਕਹਿੰਦਾ ਆਨੰਦ ਭਇਆ ਮੇਰੀ ਮਾਏ। ਉਹ ਤਾਂ ਪੱਕਾ ਹੋ ਗਿਆ ਵੀ, ਬੜਾ ਕੁੱਟਿਆ, ਜ਼ੋਰ ਲਾਇਆ ਵੀ ਤੈਨੂੰ ਅੱਜ ਹੋ ਕੀ ਗਿਆ, ਤੂੰ ਅੱਗੇ ਵੀ ਤੁਰ ਪਾ, ਇੱਥੇ ਰਹਿਣਾ। ਅਤੇ ਉਹ ਫਿਰ ਸਤਿਗੁਰੂ ਮਹਾਰਾਜ ਦੇ ਕੋਲ ਗਿਆ, ਬਚਨ ਮਹਾਰਾਜ ਨੇ ਬੁਲਾਇਆ, ਕਹਿੰਦੇ ਦੋਵੇਂ ਹੀ ਆ ਜਾਓ, ਉਸਤਾਦ ਵੀ ਆ ਜਾਓ ਅਤੇ ਚੇਲਾ ਵੀ। ਉਸਤਾਦ ਨੂੰ ਕਹਿੰਦੇ ਹਾਂ ਵੀ ਕਰਾ ਨਹੀਂ ਰਹੇ ਸੰਥਿਆ? ਕਹਿੰਦੇ ਮਹਾਰਾਜ ਪਹਿਲਾਂ ਤਾਂ ਬੜਾ ਸੋਹਣਾ ਤੁਰਿਆ ਸੀ, ਬਾਬਾ ਗੱਡੀ ਰਿੜੀ ਆਈ ਪਰ ਇੱਥੇ ਕਾ ਕੇ ਬ੍ਰੇਕ ਲਾ ਗਿਆ, ਹੁਣ ਤਾਂ ਇੱਕੋ ਹੀ ਗੱਲ ਕਰੀ ਆਉਂਦਾ, ਆਨੰਦ ਭਇਆ ਮੇਰੀ ਮਾਏ ਮੇਰੀ ਮਾਏ ਮੇਰੀ। ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਮੇਰੀ ਮੇਰੀ। ਕਈ ਕਹਿਣਾ ਅਸੀਂ ਮਾਂ ਨਾਲ ਲੜੇ ਕਿਉਂ ਬੋਲੀਏ? ਤੋ ਇਸ ਕਰਕੇ ਬਾਬਾ ਅਮਰਦਾਸ ਜੀ ਪਾਤਸ਼ਾਹ 72 ਸਾਲਾਂ ਦੇ ਸੀ, ਕਹਿੰਦੇ ਮੇਰੀ ਇਹ ਮਾਏ ਅੱਜ ਤੂੰ ਤਾਂ ਮੇਰੇ ਕੋਲ ਨਹੀਂ ਹੈਗੀ, ਪਰ ਜਦੋਂ ਕੋਈ ਵੀ ਖੁਸ਼ੀ ਆਉਂਦੀ ਸਭ ਤੋਂ ਪਹਿਲਾਂ ਬੰਦੇ ਨੂੰ ਮਾਂ ਚੇਤੇ ਆਉਂਦੀ ਹੈ। ਜੇ ਬੱਚਾ ਡਿੱਗਦਾ ਵੀ ਤਾਂ ਡਿੱਗਦੇ ਕਹਿੰਦਾ ਹਾਏ ਮਾਂ ਮਰ ਗਿਆ, ਭਾਵੇਂ ਮਾਂ ਪਹਿਲਾਂ ਵਿਚਾਰੀ ਮਰ ਗਈ ਹੋਵੇ, ਭੋਗ ਪਿਆ ਹੋਵੇ, ਪਰ ਮਾਂ ਯਾਦ ਆਉਂਦੀ, ਕਿਉਂਕਿ ਅੰਦਰਾਂ ਦਾ ਰਿਸ਼ਤਾ ਹੁੰਦਾ ਨਾ। ਜਿੱਦਾਂ ਕਹਿੰਦੇ ਕੋਈ ਮੂਰਖ ਸੀ ਦਾਸ ਵਰਗਾ, ਅਤੇ ਉਹਨੂੰ ਕਿਸੇ ਬੱਚੀ ਨੇ ਪਿਆਰ ਕੀਤਾ, ਪਿਆਰ ਦੇ ਵਿੱਚ ਪਰਖ ਲਈ, ਕਹਿੰਦਾ ਮੈਂ ਤੇਰੇ ਲਈ ਜਾਨ ਦੇ ਸਕਦਾ, ਪਰ ਮੈਂ ਵਿਆਹ ਤੇਰੇ ਨਾਲ ਕਰਾਉਣਾ। ਇਹ ਪੁਰਾਣੇ ਬਜ਼ੁਰਗਾਂ ਨੇ ਸੁਣਾਉਣੀ ਇਹ ਸਾਖੀ। ਅਤੇ ਕਹਿੰਦਾ ਵੀ ਤੂੰ ਦੱਸ ਤੇਰੇ ਲਈ ਮੈਂ ਤਾਰੇ ਤੋੜ ਸਕਦਾ। ਕਈ ਬਹੁਤ ਮਾਰਦੇ ਨਾ ਛੇਹੀ, ਇਸ ਕਰਕੇ ਪਹਿਲਾਂ ਹੀ ਕਹਦੇ ਬਈ ਕੁਝ ਨਹੀਂ ਕਰਨ ਜੋਗੇ, ਇੱਥੋਂ ਵੀ ਜੋਗੇ ਹੈ। ਝੂਠ ਮਾਰਨਾ ਨਹੀਂ, ਸੱਚ ਦੱਸੋ ਕੀ ਫਾਇਦਾ? ਪਹਿਲੋਂ ਇੰਨਾ ਖੁਸ਼ ਕਰਕੇ ਕਿਸੇ ਨੂੰ ਮੁੜ ਕੇ ਦਿਲ ਤੋੜ ਦੇਣਾ। ਤੋ ਜੋ ਹੈਗਾ ਰੀਅਲ ਉਹਨੂੰ ਰੀਅਲ ਰਹਿਣ ਦਿਓ। ਕਹਿੰਦਾ ਤੇਰੇ ਲਈ ਜੋ ਆਖੇ ਲੈ ਆਊਂ, ਤਾਰੇ ਤੋੜ ਲਿਆਊਂ। ਅਤੇ ਉਹ ਕਹਿੰਦੀ ਤਾਰੇ ਛੱਡ, ਆਪਣੀ ਮਾਂ ਦਾ ਕਲੇਜਾ ਲਿਆ ਸਕਦਾ? ਕਹਿੰਦਾ ਪੱਕਾ। ਇਹ ਪੁਰਾਣਿਆਂ ਬਜ਼ੁਰਗਾਂ ਦੀ ਗੱਲ ਸੀ, ਉਦੋਂ ਵੈਸੇ ਬੱਚੇ ਇੱਦਾਂ ਨਹੀਂ ਸੀ ਕਰਦੇ, ਪਰ ਹੁਣ ਕਰਨ ਲੱਗ ਪਏ ਜੀ। ਅਸਲ ਵਿੱਚ ਇਹਦੀ ਡੈਫੀਨੇਸ਼ਨ ਕੀ ਹੈ? ਕਲੇਜੇ ਦਾ ਮਤਲਬ ਕੀ ਵੀ ਅੱਜ ਬੱਚੇ ਆਪਣੀ ਮਰਜ਼ੀ ਕਰ ਲੈਂਦੇ ਅਤੇ ਕਲੇਜਾ ਹੀ ਹੋ ਗਿਆ। ਵੀ ਜਿੰਨੇ ਪਾਲਿਆ ਪੜ੍ਹਾਇਆ ਵਿਚਾਰੇ ਸੁਖਣਾ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਬੱਚੇ ਨੇ ਤਾਂ ਲਵ ਮੈਰਿਜ ਕਰਾ ਲਈ ਚੰਡੀਗੜ੍ਹ ਜਾ ਕੇ, ਕੋਰਟ ਮੈਰਿਜ ਵੀ ਹੋ ਗਈ, ਗਨਮੈਨ ਵੀ ਮਿਲ ਗਏ, ਕਮਰਾ ਵੀ, ਉੱਥੇ ਕਲੇਜਾ ਹੀ ਨਿਕਲਦਾ ਹੈ। ਹੋਰ ਕਿਤੇ ਛੁਰੀ ਮਾਰ ਕੇ ਥੋੜ੍ਹਾ ਕੱਢਣਾ, ਦਿਲ ਹੀ ਦਿਖਾਉਣਾ, ਅੰਦਰ ਜ਼ਖਮੀ ਕਰਨੇ ਹੈ। ਜਦੋਂ ਕੋਈ ਇੱਦਾਂ ਹੌਕਾ ਲੈਂਦਾ ਲੰਮਾ ਸਾਰਾ, ਰੱਬਾ ਬਸ ਮੇਰੀ ਜ਼ਿੰਦਗੀ ਖਤਮ। ਇਹ ਵੀ ਇੱਕ ਕਲੇਜਾ ਹੀ ਹੈ, ਪਰ ਉਹਨੇ ਪ੍ਰਗਟੀ ਤੌਰ 'ਤੇ ਮਾਂ ਦਾ ਕਲੇਜਾ ਕੱਢਿਆ, ਅਤੇ ਮਾਂ ਬੇਹੋਸ਼ ਹੋ ਹੀ ਜਾਣਾ ਜਦੋਂ ਕਲੇਜਾ ਹੀ ਨਿਕਲ ਗਿਆ। ਕੱਢ ਕੇ ਅਤੇ ਉੱਧਰ ਨੂੰ ਭੱਜਿਆ ਜਾਵੇ ਜਿੱਥੇ ਉਹ ਮੈਡਮ ਬੈਠੀ ਸੀ, ਅਤੇ ਰਾਹ 'ਚ ਜਾਂਦਿਆਂ ਜਾਂਦਿਆਂ ਮੂੰਹ ਪਰਨੇ ਡਿੱਗ ਪਿਆ। ਜਦੋਂ ਡਿੱਗਾ ਹੱਥ ਦੇ ਵਿੱਚੋਂ ਕਲੇਜਾ ਵੀ ਬੁੜਕ ਕੇ ਪਰੇ ਡਿੱਗ ਪਿਆ। ਡਿੱਗੇ ਹੋਏ ਕਲੇਜੇ ਤੋਂ ਆਵਾਜ਼ ਆਈ, ਕਹਿੰਦੀ ਮੈਂ ਮਰ ਜਾ ਪੁੱਤ, ਸੱਟ ਤਾਂ ਨਹੀਂ ਲੱਗੀ? ਇਹਨੂੰ ਕਹਿੰਦੇ ਮਾਂ।
मैं मर जा, मरी हुई भी कहती मैं मर जा, तेन सट तो नहीं लगी। ले जाके कहता लो जी तुहाडी भेटा लै आंदी, कराइए विआह। ने मारिया थप्पड़ कन ते बट के, कहते दफा हो जा, मैं तो तेरी परख लई सी, तू तो उहदा नहीं बनया जिन्हें तेनू जन्म दिता। कमलिया अपनी सुंदरता तेरे लिए कुर्बान करती, मेरा किदन बनेगा। ये तेरा की भरोसा जिहड़ा अपनी मां नूं मार सकदा, भलके मेरे तो वध सुंदर तेनू कोई मिले, मेरे तो वध गुणा वाला मिले, तू तो मिनट नहीं लाउणा, तू तो मार देगा ना। इस करके उत्थों भी थप्पड़ खाधे ते मां भी गवाई। ये बहुत कुछ इन्हां साखियां च सी, पर हुण नहीं कोई सुणदा। आखो सतनाम। तो मर्जी चलदी है, नहीं तो कहंदे मर जांगे। इस तो चंगा माँ प्यो कहंदा भरावा तुरे फिरो अखां सामने, भावें मर्जी करो मरियो ना, ਇਹੋ ਹੀ ਕਹਿਣਾ ਹੁੰਦਾ। तो इस करके मारे सच्चे पातशाह किरपा दे दाते दियां कथावां बड़ियां प्यारियां ने, प्रेम दियां कथा ने। आप संगतां प्रेम दे नाल सुणदे हो। सतगुरु महाराज सच्चे पातशाह कहंदे मैं दरगाह दे बूहे खोल दांगा, ते उत्थे कौन रहिंदा, सचखंड ते महाराज कहंदे भी हाँ पुੱਤ तू अगे संथਿਆ नहीं करदा, इको पंक्ति पढ़दा, आनंद भया मेरी माए, मेरी माए सतगुरु। मारे कहंदे बेटा अगे नहीं बोलदा। कहंदे पातशाह मैनूं एक गल दस्सिओ, आ जिन्नी भी सारी धरती ते लोक रहिंदे है, किहड़ी चीज़ नूं लभदे फिरदे। महाराज हस पे कहंदे तूं ही दस दे। कहंदे बच्चा पढ़दा कातों कि मैं चंगी जॉब ते लगा, चंगी जॉब कातों मंगदा कि मेरा जीवन साथी, बोली जाया करो थोड़ा थोड़ा जुड़े रहोगे, भी मैं चंगी नौकरी लगूँ तो रिश्ता चंगा मिल जू, रिश्ता चंगा मिल जू तो भविख, तो फिर बच्चे सुंदर मिलणगे, तो जो बच्चे वड्डे होणगे तो सेवा पर औखा हो गया। ध्यान दे के सुन रहे हो ना। सारिਆਂ ਦੇ ਪਿੱਛੇ ਮਰਕਜ਼ ਇੱਕੋ ਹੀ ਆ ਕਿ ਬੰਦਾ ਜਿਉਂ ਜੰਮਿਆ ਇੱਕੋ ਚੀਜ਼ ਨੂੰ ਲੱਭਦਾ ਫਿਰਦਾ ਫਿਰਦਾ ਮੁੱਕ ਗਿਆ, ਉਹ ਸੀ ਆਨੰਦ। ਇੱਥੋਂ ਆਪਾਂ ਭੱਜ ਕੇ ਬਾਹਰ ਜਾਂਦੇ, ਕਾਹ ਤੋਂ ਜਾਂਦੇ ਵੀ ਇੱਥੇ ਪੈਸੇ ਥੋੜ੍ਹੇ ਆ, ਸਰਦਾ ਨਹੀਂ, ਬਾਹਰ ਜਾ ਕੇ ਵੱਧ ਮਿਲ ਤੇ ਮੈਂ ਖੁਸ਼ ਹੋਵਾਂ, ਖੁਸ਼ੀ ਫੇਰ ਨਹੀਂ। ਤਾਂ ਹੀ ਗੁਰੂ ਅਮਰਦਾਸ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੈ, ਤੇ ਜੇ ਨਹੀਂ ਤੇ ਸਿਖਰ ਦੇ ਘਰ ਜਾ ਕੇ ਵੇਖ ਲਓ, ਚਿਤੌੜਗੜ੍ਹ ਦੇ ਰਾਜੇ ਦੀ ਰਾਣੀ ਝਾਲਾਂ ਬਾਈ, ਜਿਹੜੀ ਗੁਲਾਬ ਦੇ ਅਤਰ 'ਚ ਇਸ਼ਨਾਨ ਕਰਦੀ, 25-30 ਗੋਲੀਆਂ ਨਾਲ ਸੋਨੇ ਦੀਆਂ ਥਾਲੀਆਂ ਚਮਚਿਆਂ 'ਚ ਰੋਟੀ ਖਾਂਦੀ, 36 ਪ੍ਰਕਾਰ ਦਾ ਭੋਜਨ। ਤੇ ਉਹ ਆਪਣੀ ਗੋਲੀ ਨੂੰ ਕਹਿੰਦੀ ਮੈਨੂੰ ਇਹੋ ਜਿਹੀ ਜਗ੍ਹਾ ਦੱਸ ਜਿੱਥੇ ਸਕੂਨ ਮਿਲੇ। ਮੈਂ ਦੁਨੀਆ ਘੁੰਮ ਲਈ, ਇੰਨਾ ਪੈਸਾ, ਮੈਂ ਤਾਂ ਅੱਕ ਗਈ ਇਹਨਾਂ ਚੀਜ਼ਾਂ ਤੋਂ, ਇਤਿਹਾਸ ਹੈ ਸਾਡਾ। ਤੇ ਉਹਦੀ ਗੋਲੀ ਕਹਿਣ ਲੱਗੀ ਗੁਸਤਾਖੀ ਮਾफ़ ਕਰੀ, ਵੈਸੇ ਤਾਂ ਮੈਨੂੰ ਪਤਾ ਮੇਰੇ ਆਖੇ ਨਹੀਂ ਲੱਗਣਾ, ਤੁਸੀਂ ਵੱਡੇ ਲੋਕ ਆ, ਪਰ ਫਿਰ ਵੀ ਜੇ ਕਿਤੇ ਮੈਂ ਗਲਤ ਨਾ ਹੋਵਾਂ ਤੇ ਕਵਾਂ। ਕਹਿੰਦੀ ਤੂੰ ਮੇਰੀ ਭੈਣ ਆ, 24 ਘੰਟੇ ਮੇਰੇ ਲਾਗੇ ਰਹਿਨੀ, ਸੇਵਾ ਕਰਦੀ, ਦੱਸ ਮੇਰੀ ਜਿੰਦ ਤੜਫਦੀ ਹੈ, ਅੰਦਰ ਮੇਰਾ ਕਲਪਿਆ ਰਹਿੰਦਾ, ਦੱਸ ਕਿੱਥੇ ਠੰਡ ਮਿਲੇ, ਪੂਰੀ ਠੰਡ। ਕਹਿਣ ਲੱਗੀ ਫਿਰ ਬਹਾਨਾ ਬਣਾ, ਕਿਉਂਕਿ ਰਾਜੇ ਨੇ ਉਹਦਾ ਜਾਨ ਨਹੀਂ ਦੇਣਾ। ਬਨਾਰਸ ਦੇ ਵਿੱਚ ਇੱਕ ਚਮਾਰ ਜਾਤੀ ਦਾ ਬਾਬਾ ਰਵਿਦਾਸ ਰਹਿੰਦਾ, ਉੱਦਾਂ ਨਹੀਂ ਨਾ ਜਾਣ ਦੇਣਾ ਤੈਨੂੰ, ਕਿਉਂਕਿ ਉਦੋਂ ਬ੍ਰਾਹਮਣਵਾਦ ਦਾ ਜ਼ੋਰ ਸੀ, ਮਾੜੇ ਨੂੰ ਤਾਂ ਚੌਂਕੇ 'ਚ ਨਹੀਂ ਸੀ ਆਉਣ ਦਿੰਦੇ। ਇਹ ਤਾਂ ਬਾਬੇ ਨਾਨਕ ਨੂੰ ਸੀਸਾਂ ਦਿਓ, ਜਿੰਨੇ ਚੌਂਕੇ 'ਚ ਬਹਿ ਕੇ ਮਰਦਾਨੇ ਨੂੰ ਭਰਾ ਬਣਾ ਕੇ ਬੁਰਕੀਆਂ ਸਾਂਝੀਆਂ ਖਾਧੀਆਂ। ਸਾਨੂੰ ਇੱਕੇ ਬੌਲੀ 'ਚ ਇਸ਼ਨਾਨ ਕਰਾਇਆ, ਇੱਕੇ ਪੰਗਤ 'ਚ ਬਹਾਇਆ ਤੇ ਇੱਕੇ ਸੰਗਤ ਵਿੱਚ। ਇੱਥੇ ਕੋਈ ਬ੍ਰਾਹਮਣ ਖੱਤਰੀ ਕਮੋ ਜੱਟ ਸ਼ੀਂਬਾ ਨਾਈ ਮਜਬੀ ਨਹੀਂ, ਜਿਹੜਾ ਸਮਝਦਾ ਉਹ ਗੁਰੂ ਦਾ ਸਿੱਖ ਹੀ ਨਹੀਂ। ਇੱਥੇ ਇੱਕੋ ਹੀ ਚੀਜ਼ ਹੈ, ਅਵਲ ਅੱਲ੍ਹ ਕੁਦਰਤ ਕੇ ਏਕ ਨੂਰ ਤੇ ਸਭ ਜਗ ਉਪਜਿਆ। ਫਿਰ ਉਹ ਚੋਰੀ ਕਹਿ ਕੇ ਰਾਜੇ ਨੂੰ ਕਿ ਮੈਂ ਕੁਝ ਦਿਨਾਂ ਲਈ ਖੁੱਲ੍ਹੀ ਜਗ੍ਹਾ 'ਤੇ ਘੁੰਮਣਾ ਜਾਣਾ ਚਾਹੁੰਦੀ ਹੈ। ਕਹਿੰਦੇ ਚਲੇ ਜਾਓ, ਕਿਉਂਕਿ ਉਹਨੂੰ ਕੀ ਪਰਵਾਹ ਸੀ, 18 ਰਾਣੀਆਂ ਸੀ ਉਹਦੀਆਂ, ਤੇ ਇੱਕ ਅੱਧੀ ਜਾਵੇ ਤਾਂ ਕੋਈ ਫਰਕ ਪੈਂਦਾ। ਫਿਰ ਉਹ ਆਏ ਸੀ ਬਨਾਰਸ ਦੇ ਵਿੱਚ ਭਗਤ ਰਵਿਦਾਸ ਦੇ ਵਿਹੜੇ, ਤੇ ਜਦੋਂ ਜਿਹੜੇ ਇਨਸਾਨ ਨੇ ਕਦੀ ਥੱਲੇ ਬਹਿ ਕੇ ਨਹੀਂ ਵੇਖਿਆ, ਰਾਜੇ ਰਾਣੀਆਂ ਦੇ ਸ਼ੌਂਕ ਵੱਲੇ ਹੈ, ਤੇ ਉਹ ਗੋਲੀ ਕਹਿਣ ਲੱਗੀ ਵੀ ਇਹੀ ਭਗਤ ਜੀ ਹੈ ਤੇ ਆਹ ਸੰਗਤ ਹੈ ਤੇ ਇਹਦੇ ਵਿੱਚ ਬਹਿਣਾ ਆਪਾਂ। ਤੇ ਕਈ ਵਾਰੀ ਜਿਹੜਾ ਬੰਦਾ ਕਦੇ ਨਹੀਂ ਬੈਠਾ ਉਹਨੂੰ ਪਹਿਲਾਂ ਹੀ ਮਹਿਸੂਸ ਹੁੰਦਾ ਮੈਂ ਥੱਲੇ ਸਾਰਿਆਂ 'ਚ ਬਵਾਂ। ਕਹਿਣ ਲੱਗੀ ਇੱਕ ਵਾਰੀ ਬਹਿ ਕੇ ਵੇਖ, ਸੱਚ ਹੋਇਆ ਸੀ, ਜਦੋਂ ਇੱਕ ਵਾਰੀ ਬਹਿ ਗਈ ਮੁੜ ਕੇ ਉੱਠਣ ਦਾ ਚੇਤਾ ਹੀ ਭੁੱਲ ਗਿਆ।
ਜਿਹੜਾ ਆਨੰਦ ਸੋਨੇ ਦੀਆਂ ਥਾਲੀਆਂ, ਏਡਾ ਵੱਡਾ ਮਹਿਲ, ਇੰਨੇ ਇੰਨੇ ਮਹਿੰਗੇ ਅਤਰ ਪਾ ਕੇ ਵੀ ਅੰਦਰ ਦੀ ਆਤਮਾ ਤੜਫਦੀ ਸੀ, ਅੱਜ ਭਗਤ ਜੀ ਦੇ ਸਾਹਮਣੇ ਬਹਿ ਕੇ ਉਹਨਾਂ ਦੀ ਸਮਾਧੀ ਲੱਗ ਗਈ। ਇਹ ਭਗਤ ਜੀ ਸ਼ਬਦ ਪੜ੍ਹ ਰਹੇ ਸੀ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ, ਰਾਖੋ ਕੰਧ ਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ, ਬੰਕੇ ਵਾਲ ਪਾਗ ਸਿਰ, ਇਹੋ ਤਨ ਹੋਏਗੋ। ਬੜੇ ਪਿਆਰੇ ਗੀਤ ਗਾਏ ਤੇ ਰਾਣੀ ਕਹਿੰਦੀ ਭਗਤ ਜੀ ਇਹਦੇ ਅਰਥ ਦੱਸ ਦੋਗੇ? ਆ ਜਿਹੜਾ ਤੁਸੀਂ ਗਾ ਰਹੇ ਸੀ ਨਾ, ਇਹਦੇ ਬਾਰੇ ਮੈਨੂੰ ਕਥਾ ਸੁਣਾਓ। ਤੇ ਭਗਤ ਜੀ ਨੇ ਫਿਰ ਕਿਹਾ ਸੀ, ਕਹਿੰਦੇ ਪ੍ਰਾਣੀ ਕਿਆ ਮੇਰਾ, ਕਾਤੋਂ ਲੜਦੇ ਇੱਕ ਦੂਜੇ ਨਾਲ, ਇੱਥੇ ਕੀ ਕਿਸੇ ਦਾ? ਕਹਿੰਦੇ ਜੈਸੇ ਤਰਵਰ, ਕਹਿੰਦੀ ਜੀ ਤਰਵਰ ਕੀ ਹੈ ਮਾਰੇ? ਕਹਿੰਦੇ ਦਰਖਤ, ਤੇ ਪੰਖ ਕਹਿੰਦੇ ਪੰਛੀ ਨੂੰ, ਕਹਿੰਦੇ ਰਾਤ ਨੂੰ ਪੰਛੀ ਆਉਂਦਾ ਏ ਟਾਹਣੀ ਤੇ ਚੁੱਪ ਕਰਕੇ ਬਹਿ ਜਾਂਦਾ, ਪਰ ਕਦੇ ਦਾਵਾ ਨਹੀਂ ਕਰਦਾ ਵੀ ਟਾਹਣੀ ਦੀ ਰਜਿਸਟਰੀ ਮੇਰੇ ਨਾਂ ਕਰ ਦਿਓ। ਆਪਾਂ ਪਹਿਲਾਂ ਕਹੀਦਾ ਵੀ ਜੇ ਕੋਠੀ ਮੇਰੇ ਨਾਂ ਹੋਣੀ ਚਾਹੀਦੀ, ਗੱਡੀ ਦੀ ਕਾਪੀ ਮੇਰੇ ਨਾਂ, ਬੈਂਕ ਦਾ ਖਾਤਾ ਮੇਰੇ ਨਾਂ, ਮੇਰੀ ਮੇਰੀ ਹੈ ਨਾ, ਮੇਰੀ ਮੇਰੀ ਨਾ ਕਰੀ ਮਣਾ ਮੇਰਿਆ, ਮੇਰੀ ਵਾਲਾ ਕੋਈ ਨਹੀਂ ਰਿਹਾ, ਤੇਰੇ ਤੇਰੇ ਵਾਲੇ ਵੱਸਦੇ ਐ। ਤਾਂ ਬਾਬੇ ਨੇ ਤੇਰਾ ਤੇਰਾ ਕੀਤਾ, ਅੱਜ ਵੀ ਹੱਟ ਸਾਹਿਬ ਖੁੱਲ੍ਹਾ, ਕੋਈ ਨਹੀਂ ਬੰਦ ਕਰ ਸਕਦਾ ਬਾਬੇ ਦੇ ਹੱਟ ਨੂੰ। ਇਸ ਕਰਕੇ ਭਗਤ ਜੀ ਕਹਿੰਦੇ ਆਪਾਂ ਪੰਛੀ ਹਾਂ, ਇੱਕ ਦਰਖਤ 'ਤੇ ਰਾਤ ਕੱਟਣੀ, ਕੀ ਲੈਣਾ ਏ? ਬਸ ਇੰਨੀ ਸਮਝ ਆ ਗਈ ਰਾਣੀ ਨੂੰ, ਇੰਨਾ ਕੁਵਰਾਗ ਉਹ ਤਾਂ ਜਾ ਕੇ ਭੁੱਲ ਗਈ ਸਭ। ਬਸ ਇਕਾਂਤ ਦੇ ਵਿੱਚ ਇੱਕੋ ਹੀ ਚੀਜ਼ ਸੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੋਖ ਅੰਦੋਖ ਨਹੀਂ ਤੇ ਠਾਓ। ਉੱਥੇ ਜਾ ਕੇ ਆਸਣ ਲੱਗ ਗਿਆ ਜਿੱਥੇ 24 ਘੰਟੇ ਆਨੰਦ ਹੈ। ਇੱਧਰ ਗੁਰੂ ਗੋਬਿੰਦ ਸਿੰਘ ਕਹਿੰਦੇ ਬੇਟਾ ਅੱਗੇ ਕਿਉਂ ਨਹੀਂ ਪੜ੍ਹਦਾ? ਕਹਿੰਦੇ ਪਾਤਸ਼ਾਹ ਸਾਰੀ ਦੁਨੀਆ ਇੱਕੋ ਚੀਜ਼ ਲੱਭਦੀ ਹੈ, ਕੋਈ ਕੋਠੀਆਂ 'ਚ ਲੱਭ ਰਿਹਾ, ਕੋਈ ਡਾਲਰਾਂ 'ਚ ਲੱਭ ਰਿਹਾ, ਕੋਈ ਪੌਂਡਾਂ 'ਚ ਲੱਭ ਰਿਹਾ, ਕੋਈ ਪੈਸਿਆਂ 'ਚ ਲੱਭ ਰਿਹਾ, ਕੋਈ ਰਾਜਨੀਤੀ ਦੀ ਕੁਰਸੀ 'ਤੇ ਲੱਭ ਰਿਹਾ। ਮਾਰੇ ਕਹਿੰਦੇ ਉਹ ਕੀ? ਕਹਿੰਦੇ ਆਨੰਦ। ਤੇ ਕਹਿੰਦੇ ਇਹ ਲੱਭਦਾ ਨਹੀਂ ਕਿਸੇ ਨੂੰ, ਫਿਰ ਵੀ ਬੰਦਾ ਮੁੱਕ ਜਾਂਦਾ, ਪਰ ਮੈਨੂੰ ਤੇ ਕਹਿੰਦੇ ਲੱਭ ਗਿਆ। ਮਾਰੇ ਕਹਿੰਦੇ ਕਿੱਦਾਂ? ਫਿਰ ਕਹਿੰਦਾ ਆਨੰਦ ਪਿਆ ਮੇਰੀ। ਕਹਿੰਦੇ ਮੈਂ ਤੇ ਆਪਦੀ ਮਾਂ ਨੂੰ ਕਿਹਾ ਵੀ ਆਨੰਦ ਲੋਕੀ ਲੱਭਦੇ, ਮੈਨੂੰ ਆ ਗਿਆ। ਉਹ ਕਹਿੰਦੀ ਕਿਉਂ? ਕਹਿੰਦਾ ਗੁਰੂ ਗੋਬਿੰਦ ਸਿੰਘ ਜਿਹਨੂੰ ਆਪਣੀ ਗੋਦੀ 'ਚ ਬਹਾ ਲੈਣ ਉਹਨੂੰ ਆਨੰਦ ਨਹੀਂ ਆਉਣਾ, ਤੇ ਆਉਣਾ ਕਦੋਂ ਹੈ? ਬਸ ਉਹ ਤੁਹਾਡੇ ਕੋਲ ਹੈ ਇਸ ਵੇਲੇ, ਬਾਕੀ ਤੁਹਾਡੀ ਆਪਣੀ ਥਿੰਕਿੰਗ ਹੈ, ਤੁਹਾਡੀ ਆਪਣੀ ਸਮਝ ਹੈ। ਮੈਂ ਕੀ ਕਹਿ ਸਕਦਾ ਵੀ ਐਦੋਂ ਪਰੇ ਝਾੜ ਦੇ, ਜਿੱਥੇ ਮਰਜੀ ਭੱਜ ਕੇ ਵੇਖ ਲਿਓ। ਇੱਕ ਵਾਰੀ ਜ਼ਰੂਰ 5-6 ਡੱਬੇ ਲੈ ਕੇ ਆਈਦਾ ਰੁਮਾਲਾ, ਬਾਬਾ ਜੀ ਚੱਲੇ ਆ। ਮੈਂ ਕਿਹਾ ਚਲੋ 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 ਪਿੱਛੇ ਅਸੀਂ ਆਉਣੇ ਆ, ਪਰ ਬਾਅਦ 'ਚ ਜਾ ਕੇ ਜਦੋਂ ਫੋਨ ਕਰਦੇ ਤਾਂ ਉਦੋਂ ਫਿਰ ਕਹਿੰਦੇ ਨਹੀਂ ਨਹੀਂ ਇੱਥੇ ਠੀਕ ਹੈ, ਚਾਦਰ ਇੱਕ ਨਵੀਂ ਵਿਛਾਓ, ਥੱਲੇ ਆਖੋ ਸਤਨਾਮ। ਤੂੰ ਕਹਿਣ ਦਾ ਭਾਵ ਪਤਾ ਲੱਗ ਜਾਂਦਾ ਏ, ਆਨੰਦ ਆਨੰਦ ਸਭ ਕੋ ਕਹੇ ਆਨੰਦ ਪਿਆ। ਤੋ ਇਸ ਕਰਕੇ ਮੇਰੇ ਬਾਬੇ ਗੁਰੂ ਪਾਤਸ਼ਾਹ ਗੁਰੂ ਕਲਗੀਧਰ ਕਹਿੰਦੇ ਬੇਟਾ ਹੁਣ ਜਿਹੜਾ ਪੜ੍ਹਾਉਣ ਵਾਲਾ ਸੀ, ਮਹਾਰਾਜ ਕਹਿੰਦੇ ਇਹਨੂੰ ਨਹੀਂ ਪੜ੍ਹਾਉਣ ਦੀ ਲੋੜ। ਕਹਿੰਦੇ ਤੂੰ ਕਿੰਨੇ ਗ੍ਰੰਥ ਪੜ੍ਹੇ, ਕਿੱਡਾ ਵਿਦਵਾਨ ਹੈ, ਅਜੇ ਵੀ ਤੇਰੇ ਚਿਹਰੇ 'ਤੇ ਉਹ ਲਾਲੀ ਅਤੇ ਰੌਣਕ ਨਹੀਂ ਜਿਹੜੀ ਇਸ ਬੱਚੇ ਦੇ ਹੈ। ਇੱਕੋ ਪੰਗਤੀ ਅੰਦਰ ਵਸ ਗਈ, ਏਕ ਸ਼ਬਦ ਮੇਰਾ ਪ੍ਰਾਣ ਬਸ ਹੈ। ਹੁਣ ਮੈਂ ਤਾਂ ਪਤਾ ਨਹੀਂ ਕਿੰਨੀ ਕੁ ਵਾਰੀ ਆਨੰਦ ਸਾਹਿਬ ਪੜ੍ਹ ਲਿਆ, ਜਵਾਨੀ ਕੰਠ ਹੈ, ਤੁਹਾਡੇ 'ਚ ਵੀ ਰੂਹਾਂ ਬੈਠੀਆਂ ਤੇ ਪੜ੍ਹੀ ਜਾਂਦੇ, ਆਨੰਦ ਤੇ ਆਇਆ ਨਹੀਂ, ਕਦੇ ਲਾਗੇ ਦੇ ਨਹੀਂ ਲੰਘਿਆ। ਤੂੰ ਕਹਿਣ ਦਾ ਭਾਵ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਛਾਤੀ ਨਾਲ ਲਾ ਲਿਆ, ਕਹਿੰਦੇ ਇਹਨੂੰ ਰਹਿਣ ਦਿਓ ਪੜ੍ਹਾਉਣਾ। ਉਹ ਫਿਰ ਇੱਕੋ ਪੰਗਤੀ ਉਹਦੇ ਚੱਲੀ ਜਾਵੇ, ਭਾਂਡੇ ਮਾਂਜਦਿਆਂ, ਰੋਟੀਆਂ ਵਰਤਾਉਂਦਿਆਂ, ਘੋੜਿਆਂ ਦੇ ਬਾਲਣ ਪੱਠਾ ਪਾਉਂਦਿਆਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ। ਕਹਿੰਦੇ ਜਿਸ ਆਨੰਦ ਨੂੰ ਲੋਕੀ ਲੱਭਦੇ ਫਿਰਦੇ ਕੱਪੜਿਆਂ 'ਚੋਂ, ਸੋਨੇ 'ਚੋਂ, ਚਾਂਦੀ 'ਚੋਂ, ਮਹਿਲਾਂ 'ਚੋਂ, ਗੱਡੀਆਂ 'ਚੋਂ, ਉਹ ਲੋਕੋ, ਉਹ ਦੁਨੀਆ ਦੇ ਲੋਕੋ, ਉਹ ਆਨੰਦ ਗੁਰੂ ਗ੍ਰੰਥ ਸਾਹਿਬ ਦੇ ਕੋਲ ਜੇ। ਔਰ ਇਹ ਮੈਂ ਨਹੀਂ, ਤੁਸੀਂ ਆਪ ਦੇਖ ਲਓ ਸਾਧ ਸੰਗਤ, ਸਭ ਤੋਂ ਵਰਲਡ ਦੇ ਵਿੱਚ ਉੱਪਰ ਤਰੱਕੀ ਕਰਨ ਵਾਲੇ ਗੋਰੇ ਹੈ, ਅਤੇ ਜਿਨ੍ਹਾਂ ਨੂੰ ਪਹਿਲਾਂ ਰਿਸਰਚ ਕਰਦੇ ਅਤੇ ਫਿਰ ਚੀਜ਼ ਦੇ ਬਾਰੇ ਉਹ ਜਾਣਦੇ। ਉਹਨਾਂ ਨੇ ਵੇਖਿਆ ਵੀ ਇਹ ਜਿਹੜੇ ਸਿੱਖ ਕਥਾ ਕਰਦੇ ਆ, ਇੱਕ ਇਹਨਾਂ ਦਾ ਪੱਕਾ ਸਿੰਘ ਚੌਰ ਕਰਦਾ ਏ, ਰਾਗੀ ਸਿੰਘ ਇਹ ਫੁੱਲਾਂ ਦੇ ਨਾਲ ਪਾਲਕੀ ਦੇ ਵਿੱਚ ਸੋਨੇ ਦੀ ਪ੍ਰਕਾਸ਼ ਲਿਆਉਂਦੇ ਹਰਿਮੰਦਰ ਸਾਹਿਬ। ਉਹਨਾਂ ਨੇ ਫਿਰ ਇਸ ਚੀਜ਼ ਨੂੰ ਵੇਖਿਆ ਵੀ ਇਹਦੇ 'ਚ ਹੈ ਕੀ ਆ।
ਵੀ ਜਿਹੜੇ ਸਿੱਖਾਂ ਨੇ ਸੋਨੇ ਦੇ ਮੰਦਰ 'ਚ ਪ੍ਰਕਾਸ਼ ਕੀਤਾ ਇਹਦਾ, ਤੇ ਉਹਦੇ ਉੱਤੇ 50-60 ਲੱਖ ਦਾ ਚੰਦੋਆ ਏ, 2.5 ਲੱਖ ਦਾ ਚੌਰ ਸਾਹਿਬ ਹੈ। ਇੰਨੀ ਇਹ ਸ਼ਰਧਾ ਇਹਨਾਂ ਦੀ, ਇੰਨਾ ਕਿਉਂ ਕਰਦੇ ਆ? ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਵੀ ਇਹ ਆਪਾਂ ਮਾਫੀ ਦਿਓ ਮੈਂ ਬੇਨਤੀ ਕਰਨ ਲੱਗਾ, ਸਾਡੇ ਗੁਰੂ ਸਾਹਿਬ ਨੇ, ਪਰ ਉਹ ਕਹਿੰਦੇ ਸੀ ਕਿਤਾਬ, ਇੱਕ ਗ੍ਰੰਥ। ਪਰ ਜਦੋਂ ਉਹਨਾਂ ਨੇ ਫਿਰ ਇਸ ਬਾਪੂ ਨੂੰ ਪੜ੍ਹਿਆ, ਅੱਜ ਵੀ ਅਮਰੀਕਾ ਦੀ ਨਾਸਾ ਦੀ ਲਾਇਬ੍ਰੇਰੀ ਬਹੁਤ ਵੱਡੀ ਹੈ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਨੇ ਦੇ ਪਲੰਘੇ 'ਤੇ ਪ੍ਰਕਾਸ਼ ਹੈ। ਅਤੇ ਜਦੋਂ ਉੱਥੇ ਜਾਂਦੇ ਨਾ ਵਿਦਵਾਨ, ਗ੍ਰੰਥ ਸਾਰੇ ਪਏ ਉੱਥੇ, ਗੀਤਾ, ਬਾਈਬਲ, ਕੁਰਾਨ, ਅੰਜੀਲ, ਜੰਬੂਰ, ਵੇਦ, ਸਿਮਰੀਆਂ, ਸ਼ਾਸਤਰ, ਅਤੇ ਉਹ ਕਹਿੰਦੇ ਵੀ ਬਾਕੀ ਸਾਰੇ ਛੋਟੇ ਛੋਟੇ ਰੱਖਣਿਆਂ ਵਿੱਚ, ਅਤੇ ਇਹ ਪਲੰਘੇ 'ਤੇ ਕਿਉਂ, ਇਹ 'ਚ ਕੀ ਹੈ? ਇਹ ਉਹਦੇ ਲਾਗੇ ਜਿਹੜੇ ਗੋਰੇ ਜਾਂ ਉਹਨਾਂ ਦੀ ਬੱਚੀ ਦੀ ਡਿਊਟੀ, ਉਹ ਕਹਿੰਦੇ ਤੁਸੀਂ ਮੱਥਾ ਟੇਕ ਰਹੇ ਹੋ, ਜਦੋਂ ਸਾਰੇ ਗ੍ਰੰਥਾਂ ਨੂੰ ਪੜ੍ਹੋਗੇ ਅਤੇ ਫਿਰ ਤੁਹਾਨੂੰ ਪਤਾ ਲੱਗੂਗਾ, ਜਦੋਂ ਸਮਝ ਆਈ ਕਿ ਪੂਰੀ ਕਾਇਨਾਤ ਦਾ ਇੱਕੋ ਹੀ ਗੁਰੂ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਇੱਕ ਗੋਰਾ ਸਿਗਰਟਾਂ ਪੀਣ ਵਾਲਾ, ਭੰਗ ਪੀਣ ਵਾਲਾ, ਆਪਣੇ ਸਰੀਰ 'ਤੇ ਕੱਛਾ ਬਨੈਣ ਪਹਿਨਣ ਵਾਲਾ, ਅੱਜ ਦੁਮਾਲਾ ਸਜਾ ਕੇ 1 ਫੁੱਟ ਦਾ ਦਾੜਾ ਅਤੇ ਮਾਲਾ ਫੇਰ ਰਿਹਾ, ਉਹਨੂੰ ਪੁੱਛੇ ਤੂੰ ਕਿੱਦਾਂ ਬਦਲ ਗਿਆ? ਤੁਹਾਡਾ ਤਾਂ ਇਹ ਵਿਰਸਾ ਹੀ ਨਹੀਂ, ਤੁਸੀਂ ਕਿੱਦਾਂ? ਉਹ ਕਹਿੰਦੇ ਤੁਸੀਂ ਤਾਂ ਗੁਰਦੁਆਰੇ ਸੰਗਰਾਂਦ ਪੁੰਨਿਆਂ 'ਤੇ ਪ੍ਰਸ਼ਾਦਾ ਪਾਣੀ ਛਕ ਕੇ ਆ ਜਾਂਦੇ, ਮੈਂ ਤੁਹਾਡੇ ਗੁਰੂ ਸਾਹਿਬ ਨੂੰ ਪੜ੍ਹ ਕੇ ਵੇਖਿਆ। ਇੱਕ ਵੀਡੀਓ ਪਿੱਛੇ ਜੇ ਕਿੰਨੀ ਵਾਇਰਲ ਹੋਈ ਸੀ, ਇੱਕ ਗੋਰਾ ਬਾਹਰਲੇ ਦੇਸ਼ ਚੌਂਕ ਦੇ ਵਿੱਚ ਖੜੋਤਾ ਅਤੇ ਗੁਰੂਆਂ ਦੇ ਨਾਂ ਲੈਣ ਦਿਆ ਉੱਚੀ ਉੱਚੀ, ਕਿੰਨੇ ਪਿਆਰ ਨਾਲ, ਅਤੇ ਆਪਾਂ ਨੂੰ ਕੋਈ ਕਹਿ ਦੇ ਨਾਂ ਲੈ ਦਿਓ, ਕਹਿੰਦੇ ਤੇ ਬਾਬੇ ਦੀ ਡਿਊਟੀ, ਸਾਡੀ ਥੋੜ੍ਹਾ ਬਾਬੇ ਦਾ ਨਾਮ ਬਾਬਿਆਂ ਲੈਣਾ, ਇਹ ਕਾਹਦੇ ਲਈ ਰੱਖੇ ਆ? ਇਹਨਾਂ ਨੂੰ ਕਾਹਦੇ ਲਈ 5000 ਦੇਈਦਾ ਮਹੀਨੇ ਦਾ? ਬੜੀ ਤਕੜੀ ਦੇਤੀ ਭੇਟਾ ਕਿਤੇ ਕਿ 5000 ਦਿੰਦੇ ਕਿਤੇ ਬਾਬੇ ਨੂੰ, ਰੋਟੀ ਵੀ ਵਿੱਚੇ ਹੈ। ਕਈ ਕਹਿਣਗੇ ਇਹਨਾਂ ਦਾ ਆਟਾ ਵੀ ਵਿੱਚ, ਕਿੰਨੀ ਸ਼ਰਮ ਜਿਹੀ ਆਉਂਦੀ ਮਹਿਸੂਸ ਕਰਕੇ। ਕਈ ਥਾਵਾਂ 'ਤੇ ਮਹਾਰਾਜ ਦੀ ਕਿਰਪਾ, ਕਈ ਕਹਿਣਗੇ ਇੱਕ ਥਾਂ ਮੈਂ 10 ਜਾਂਦਾ ਮਹੀਨੇ ਬਾਅਦ, ਉਹ ਭਾਈ ਸਾਹਿਬ ਦੀ 4500 ਮੈਨੂੰ ਕਹਿੰਦਾ ਵੀ ਤੁਹਾਨੂੰ ਪਿਆਰ ਬੜਾ ਕਰਦੇ ਅਤੇ ਥੋੜ੍ਹਾ ਜਿਹਾ ਮੇਰਾ ਗਰੀਬ ਦਾ ਕਰਾਓ। ਅਤੇ ਉਹ ਜਿਹੜਾ ਉੱਥੋਂ ਦਾ ਮੇਨ ਸੀ, ਅਸੀਂ ਬੈਠੇ ਜਲ ਪਾਣੀ, ਮੈਂ ਕਿਹਾ ਭਜਨ ਕਰਨਾ ਤੁਹਾਡੇ ਨਾਲ। ਕਹਿੰਦੇ ਸਿੰਘ ਸਾਹਿਬ ਦੱਸੋ, ਮੈਂ ਕਿਹਾ ਵੀ ਇਹਦਾ ਸੋਚੋ। ਕਹਿੰਦੇ ਜੀ ਸੋਚਿਆ ਹੀ ਹੈ, ਕਣਕ ਵੀ ਇਹਦੀ, ਆਟਾ ਵੀ ਇਹਦਾ, ਦਾਲ ਵੀ ਚੜ੍ਹ ਜੇ ਇਹਦੀ, ਅਤੇ ਮੈਂ ਕਿਹਾ ਜਿਹੜੀਆਂ ਬੌਕਰਾਂ ਲੂਣ ਉਹ ਵੀ ਕਹਿ ਦਿਓ ਨਾਲ, ਉਹ ਵੀ ਲਿਆਉਣੇ ਹੀ ਆ, ਨਾਰੀਅਲ ਵੀ ਚੜਾਉਂਦੇ। ਕਿੰਨਾ ਬੁਰਾ ਹਾਲ ਹੈ। ਇਹ ਤਾਂ ਭਿਖਾਰੀਆਂ ਦੀਆਂ ਚੀਜ਼ਾਂ। ਕੋਈ ਮੰਗਣ ਵਾਲਾ ਆਉਂਦਾ ਨਾ, ਕਹਿੰਦਾ ਬੀਬੀ ਪੈਸੇ, ਕਹਿੰਦੀ ਹੈ ਨਹੀਂ ਹੈ, ਕਹਿੰਦਾ ਆਟਾ ਹੀ ਦੇ ਦੇ, ਕਹਿੰਦੀ ਆਟਾ ਵੀ ਹੈ ਨਹੀਂ, ਕਹਿੰਦਾ ਗੁੜ ਦੀ ਢੇਲੀ ਦੇ ਦੇ, ਕਹਿੰਦਾ ਗੁੜ ਵੀ ਹੈ ਨਹੀਂ, ਕਹਿੰਦਾ ਸਵਾਹ ਹੀ ਦੇ ਦੇ ਬੁੱਕ ਭਰ ਕੇ, ਨਹੀਂ ਕੁਝ ਹੈਗਾ। ਇਹ ਕਥਾ ਵੀ ਹੈਗੀ ਹੈ, ਭਾਈ ਫੱਗੂ ਜੀ ਮੰਗਦੇ ਸੀ ਗੁਰੂ ਤੇਗ ਬਹਾਦਰ ਦੇ ਸਿੱਖ, ਅਤੇ ਬੀਬੀ ਕਹਿੰਦੀ ਮੇਰੇ ਘਰ ਹੈ ਹੀ ਕੱਖ ਨਹੀਂ, ਅਤੇ ਕਹਿੰਦੇ ਜੋ ਹੈਗਾ ਉਹ ਹੀ ਦੇ ਦੇ, ਕਹਿੰਦੀ ਫਿਰ ਕੂੜਾ ਹੀ ਆ, ਕਹਿੰਦੇ ਚੱਲ ਇਹੋ ਹੀ ਲੈ ਆ। ਬਹੁਤ ਵੱਡਾ ਇਤਿਹਾਸ ਹੈ ਸਾਡਾ। ਉਹਨੇ ਕੂੜੇ ਦਾ ਟੋਕਰਾ ਭਰਿਆ ਅਤੇ ਝੋਲੀ 'ਚ ਪਾ ਕੇ ਕਹਿੰਦੀ ਲੈ ਖੁਸ਼ ਆ? ਕਹਿੰਦਾ ਬਹੁਤ ਖੁਸ਼, ਬਹੁਤ, ਮਹਾਰਾਜ ਤੈਨੂੰ ਬਹੁਤਾ ਦੇਣ। ਸੀਸ ਫੇਰ ਦੇਤੀ। ਉਸ ਸੀਸ ਨੇ ਉਸ ਦੀ ਕਾਇਆ ਬਦਲਤੀ ਸੀ, ਕਿਉਂਕਿ ਗੁਰੂ ਸਾਹਿਬ ਦਾ ਜਸ ਬੜਾ ਹੀ ਡਾਢਾ ਏ। ਆਪਾਂ ਆਪਣੇ ਲਹਿਜੇ ਨਾਲ ਸੁਣਾ ਦਿੰਦੇ ਹਾਂ, ਪਰ ਸੱਚ ਜਾਣਿਓ ਜਿਨ੍ਹਾਂ ਨਾਲ ਵਰਤਦੀ ਉਹ ਸੀਰੀਅਸ ਹੋ ਜਾਂਦੇ। ਹੁਣ ਮੈਂ ਆਹ ਚੀਜ਼ ਹੱਸ ਕੇ ਸੁਣਾਈ ਤੁਹਾਨੂੰ, ਅਤੇ ਜਿਨ੍ਹਾਂ ਨਾਲ ਵਰਤੀ ਉਹਨਾਂ ਦਾ ਅੰਦਰ ਉਸੇ ਵੇਲੇ ਭਿੱਜ ਤੁਰਿਆ, ਕਿਉਂਕਿ ਖੇਡਾਂ ਮਹਾਰਾਜ ਦੀਆਂ ਬੜੀਆਂ ਪਿਆਰੀਆਂ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ, ਉਹਨਾਂ ਦੀਆਂ ਕਥਾ ਬੜੀਆਂ ਨਿਆਰੀਆਂ ਹਨ, ਅਤੇ ਆਪਾਂ ਸੁਣ ਰਹੇ ਪਿਆਰ ਦੇ ਵਿੱਚ। ਨਾਮ ਸੇ ਵਾਹਿਗੁਰੂ ਸਤਿਗੁਰੂ ਚੌਪਈ, ਵਾਹਿਗੁਰੂ ਕਰਿਓ ਤਾਪ ਕਦ ਕਰ ਲੀਨੇ। ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ ਬੱਚਿਆਂ ਦੇ ਵਿੱਚ ਬੈਠੇ ਨੇ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਮਹਾਰਾਜ ਜੀ ਬੱਚਿਆਂ ਨੂੰ ਪੜ੍ਹਾ ਰਹੇ ਨੇ ਕਰਮਾਂ ਦਾ ਲੇਖਾ ਜੋਖਾ। ਉਸ ਵੇਲੇ ਪਿਛਲੇ ਪਾਸੇ ਮਹਿਤਾ ਕਲਿਆਣ ਚੰਦ ਜੀ ਆਏ, ਬੜੇ ਪਿਆਰ ਨਾਲ ਆਪਣੇ ਬੇਟੇ ਨੂੰ ਸੁਣਿਆ ਲੈਕਚਰ ਕਰਦੇ, ਅਤੇ ਬੜਾ ਆਨੰਦ ਆਇਆ ਵੀ ਉਮਰ ਕਿੰਨੀ ਛੋਟੀ ਹੈ ਅਤੇ ਗਿਆਨ ਕਿੰਨਾ ਹੈ, ਕਿੰਨਾ ਨੂਰ ਵਰਦਾ ਇਹਦੇ ਉੱਤੇ ਸਤਿਗੁਰੂ ਦਾ। ਪਰ ਉਹਨੂੰ ਕੀ ਪਤਾ ਸੀ ਵੀ ਇਹ ਖੁਦ ਹੀ ਖੁਦਾ ਹੈ, ਅਤੇ ਖੁਦਾ ਨੂੰ ਕਿੰਨੇ ਸ਼ਕਤੀ ਦੇਣੀ ਹੈ। ਅੱਲਾ ਪਾਕੰ ਪਾਕ ਹੈ ਅੱਲਾ, ਸ਼ੱਕ ਕਰੋ ਜੇ ਦੂਸਰ ਹੋਏ। ਉਸ ਵੇਲੇ ਫਿਰ ਕਹਿੰਦੇ ਪ੍ਰੇਮ ਦੇ ਨਾਲ ਮਹਾਰਾਜ ਨੂੰ ਚੁੱਕਿਆ।
ਪ੍ਰੇਮ ਨਾਲ ਛਾਤੀ ਨਾਲ ਲਾਇਆ, ਬੜਾ ਖੁਸ਼ ਹੋਏ, ਬੜਾ ਪ੍ਰੇਮ ਦਿੱਤਾ। ਤੇ ਕਹਿੰਦੇ ਪੁੱਤਰ ਜੀ ਦੱਸੋ ਇਹ ਕਾਗਜ਼ ਤੁਸੀਂ ਕਾਸ ਤੋਂ ਫੜੇ ਹਨ? ਕਹਿਣ ਲੱਗੇ ਨਾਨਕ ਜੀ ਪਿਆਰੇ ਜੀ ਦੱਸੋ ਕੀ ਪੜ੍ਹ ਰਹੇ ਹੋ ਤੇ ਕੀ ਪੜ੍ਹਾ ਰਹੇ ਹੋ? ਕਹਿਣ ਲੱਗੇ ਹਨ ਕਿ ਕੋਈ ਵੀ ਇੱਧਰ ਉੱਧਰ ਵੇਖਦਾ ਹੀ ਨਹੀਂ, ਮੈਨੂੰ ਇੱਥੇ 15 ਮਿੰਟ ਹੋ ਗਏ ਆਏ ਨੂੰ। ਇਹ 15 ਮਿੰਟਾਂ 'ਚ ਮੈਂ ਇਹ ਚੀਜ਼ ਵੇਖੀ ਆ ਵੀ ਤੂੰ ਇਹਨਾਂ ਦਾ, ਇਹ ਤੇਰੇ, ਤੂੰ ਇਹਨਾਂ ਦਾ। ਅਸਲ 'ਚ ਕਿਤੇ ਆਪਾਂ ਵੀ ਇੱਦਾਂ ਹੋ ਜਾਈਏ ਜਦੋਂ ਇਸ ਵੇਲੇ ਬਹਿੰਦੇ ਹੁੰਦੇ ਬਸ ਉਹਦੇ 'ਚ ਹੀ ਗਵਾਚ ਜਾਈਏ, ਪਰ ਕਿੱਥੇ ਆਸਾ ਵਾਸਾ ਕਿਹਨੇ ਵੇਖਣਾ? ਆਖੋ ਸਤਿਨਾਮ। ਵੇਖਾਂਗੇ ਤੇ ਫੇਰ ਹੀ ਗੱਲਬਾਤ ਬਣੂਗੀ। ਠੰਡ ਜੀ ਤਾਂ ਪੈਣੀ ਉਹਨਾਂ ਚਿਰ। ਮਹਾਂਪੁਰਖ ਕਹਿੰਦੇ ਹੁੰਦੇ ਸੀ ਸੂਰ ਦੀ ਖੁਰਾਕ ਗੰਦਗੀ ਹੈ। ਜਿੰਨਾ ਚਿਰ ਸੂਰ ਨੂੰ ਭਾਵੇਂ ਗੁਲਾਬ ਜਾਮਣਾ ਪਾ ਦਿਓ, ਸਮੋਸੇ ਪਾ ਦਿਓ, ਪਨੀਰ ਵਾਲੇ ਪਕੌੜੇ, ਪਰ ਉਹਨੇ ਰੂੜੀ ਲੱਭਣੀ ਗੰਦ ਵਾਸਤੇ। ਉਹਨੂੰ ਥੋੜ੍ਹਾ ਪਤਾ ਇਹ ਕੀ ਚੀਜ਼ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੇ ਵਿੱਚ ਬੈਠੇ ਤੇ ਮਹਿਤਾ ਕਲਿਆਣ ਚੰਦ ਕਹਿੰਦੇ ਮੈਂ ਪੂਰੇ 15-20 ਮਿੰਟ ਤੋਂ ਆਇਆ ਤੇ ਮੈਂ ਇਹ ਵੇਖ ਰਿਹਾ ਵੀ ਤੂੰ ਇਹਨਾਂ ਦਾ ਤੇ ਇਹ ਤੇਰੇ। ਤੁਹਾਨੂੰ ਲਾਗੇ ਪਤਾ ਹੀ ਨਹੀਂ ਵੀ ਸਾਡੇ ਕੀ ਹੋਣ ਦਿਆ। ਅਸਲ ਵਿੱਚ ਇਹਨੂੰ ਪਿਆਰ ਕਹਿੰਦੇ ਆ, ਆਪਾਂ ਕਰ ਹੀ ਨਹੀਂ ਸਕੇ। ਬਹੁਤ ਔਖਾ ਏ। ਦੋ ਮਹਾਰਾਜ ਸੱਚੇ ਪਾਤਸ਼ਾਹ ਇੱਕ ਰਹਿਬਾਨ ਦੀ ਸਾਖੀ ਵੀ ਹੈ ਬੱਚੀ ਦੀ। ਉਹ ਜਾ ਰਹੀ ਸੀ ਤੇ ਕਾਜੀ ਨਮਾਜ਼ ਪੜ੍ਹ ਰਿਹਾ, ਨਮਾਜ਼ ਪੜ੍ਹ ਰਿਹਾ ਤੇ ਉਹ ਅੱਗੋਂ ਦੀ ਲੰਘ ਗਈ ਵਿਚਾਰੀ। ਉਹ ਇਸਲਾਮ ਦੇ ਵਿੱਚ ਬਹੁਤ ਪੱਕੇ ਕਾਨੂੰਨ ਹੈ। ਤੇ ਉਹਨੇ ਜਦੋਂ ਪੋਥੀ ਸੰਪੂਰਨ ਕੀਤੀ ਤੇ ਉਹ ਬੱਚੀ ਆਈ ਤੇ ਥੱਪੜ ਮਾਰਤਾ। ਉਹ ਕਹਿੰਦੀ ਵੀ ਕਾਜੀ ਸਾਹਿਬ ਗੁਸਤਾਖੀ ਦੀ ਮਾਫੀ। ਕੀ ਗੱਲ ਗਲਤੀ ਹੋ ਗਈ? ਬਹੁਤ ਵੱਡੀ ਗਲਤੀ ਕਹਿੰਦੇ ਕੀਤੀ ਤੂੰ। ਕਹਿੰਦੇ ਕੀ ਹੋਇਆ? ਕਹਿੰਦੇ ਤੈਨੂੰ ਪਤਾ ਜਦੋਂ ਇੱਕ ਮੁਸਲਮਾਨ ਨਮਾਜ਼ ਪੜ੍ਹਦਾ ਤੇ ਉਹਦੇ ਅੱਗੋਂ ਦੀ ਨਹੀਂ ਲੰਘੀਦਾ, ਤੇ ਤੈਨੂੰ ਨਹੀਂ ਦੀਦਾ ਸੀ? ਕਹਿਣ ਲੱਗੀ ਗੁਸਤਾਖੀ ਮਾਫ ਕਰਿਓ ਬਜ਼ੁਰਗੋ, ਦਰਅਸਲ ਮੇਰਾ ਖਵੰਦ ਖੇਤਾਂ ਦੇ ਵਿੱਚ ਕੰਮ ਕਰਦਾ ਸੀ ਤੇ ਮੈਂ ਉਹਦੇ ਲਈ ਰੋਟੀ ਬਣਾਈ ਬੜੇ ਪਿਆਰ ਨਾਲ, ਇੰਨੇ ਕੁ ਪਿਆਰ ਨਾਲ ਬਣਾਈ ਤੇ ਉਹਦੇ ਪਿਆਰ ਲਈ ਲੈ ਕੇ ਚੱਲੀ ਸੀ। ਤੇ ਮੈਂ ਉਹਦੇ ਪਿਆਰ ਦੇ ਵਿੱਚ ਸੋਚਦੀ ਜਾਂਦੀ ਸੀ ਵੀ ਕਿਹੜੀ ਚੀਜ਼ ਪਹਿਲਾਂ ਖਵਾਵਾਂ, ਕਿਹੜੀ ਚੀਜ਼ ਮਗਰੋਂ ਖਵਾਵਾਂ, ਤੇ ਮੇਰਾ ਧਿਆਨ ਹੀ ਉਹਦੇ 'ਚ ਇੰਨਾ ਖੁੱਭ ਗਿਆ ਮੈਨੂੰ ਤੇਰਾ ਪਤਾ ਹੀ ਨਹੀਂ ਲੱਗਾ। ਜਦੋਂ ਇੰਨੀ ਗੱਲ ਕਹੀ ਲਾਗੇ ਇੱਕ ਹੋਰ ਖੜੋਤਾ ਸੀ ਭਿੱਜਿਆ। ਕਹਿੰਦੇ ਕਾਜੀ ਸਾਹਿਬ ਸ਼ਰਮ ਕਰੋ। ਕਹਿੰਦਾ ਕਾਹਦੀ? ਕਹਿੰਦਾ ਮੰਨਦੇ ਆ ਤੁਹਾਡੇ ਕੋਲ ਸਰਟੀਫਿਕੇਟ ਹੈ ਧਰਮ ਦਾ ਵੀ ਰੱਬ ਤੁਸੀਂ ਕੋਲੇ ਰੱਖਿਆ, ਹੋਰ ਕਿਸੇ ਨੇ ਨਹੀਂ, ਪਰ ਕਹਿੰਦਾ ਤੇਰੇ ਨਾਲੋਂ ਤਾਂ 100 ਗੁਣਾ ਇਹ ਧੀ ਚੰਗੀ ਹੈ ਜਿਹੜੀ ਆਪਣੇ ਪਤੀ ਦੇ ਪਿਆਰ ਵਿੱਚ ਜਾ ਰਹੀ ਤੇ ਉਹਨੂੰ ਇੰਨਾ ਨਹੀਂ ਪਤਾ ਲੱਗਾ ਕਿ ਮੇਰੇ ਲਾਗੇ ਕੀ ਹੋਣ ਦਿਆ। ਤੂੰ ਕਾਹਦੀ ਨਮਾਜ਼ ਪੜ੍ਹਦਾ ਓਏ? ਤੇਰੇ ਨਾਲ ਉਹ ਭਿੱਜੀ ਸੀ, ਉਹਨੂੰ ਨਹੀਂ ਪਤਾ ਲੱਗਾ ਤੂੰ ਨਮਾਜ਼ ਪੜ੍ਹਦਾ, ਤੇ ਤੈਨੂੰ ਕਿੱਦਾਂ ਪਤਾ ਲੱਗਾ ਵੀ ਅੱਗੋਂ ਦੀ ਲੰਘੀ ਹੈ? ਕਾਹਦੀ ਨਮਾਜ਼ ਹੈ ਤੇਰੀ? ਸ਼ਰਮਿੰਦਾ ਹੋਇਆ ਕਿਉਂਕਿ ਉਹਦੇ ਕੋਲ ਤਾਕਤ ਸੀ, ਪਰ ਸ਼ਰਮਿੰਦਾ ਜ਼ਰੂਰ ਹੋਇਆ। ਕਹਿੰਦੇ ਜਿਨ੍ਹਾਂ ਨੇ ਖਿੱਚ ਲਾ ਕੇ ਧਿਆਨ ਲਾਇਆ ਉਹਨਾਂ ਨੂੰ ਚੇਤਾ ਭੁੱਲ ਜਾਂਦਾ। ਐਸਾ ਧਿਆਨ, ਐਸ ਬਾਣੀ ਵੀ ਕਹਿੰਦੀ ਐਸੇ ਧਿਆਨ ਧਰੋ ਧੰਨ ਮੇਰੇ ਗੁਰੂ ਅਰਜਨ ਸਾਹਿਬ ਨੂੰ ਪੁੱਛੋ। ਜ਼ੋਰ ਲੱਗ ਗਿਆ ਸੀ ਜਹਾਂਗੀਰ ਦਾ, ਮੁਰਤਜ਼ਾ ਖਾਨ ਤੇ ਚੰਦੂ ਦੀਵਾਨ ਦਾ ਕਿ ਬਾਬੇ ਦੇ ਧਿਆਨ ਨੂੰ ਡਲਾਇਆ ਜਾਵੇ। ਲੱਕੜਾਂ ਮੁੱਕ ਗਈਆਂ, ਰੇਤਾ ਮੁੱਕ ਗਿਆ, ਲੋਹ ਦੇ ਵਿੱਚੋਂ ਦੀ ਅੱਗ ਬਾਹਰ ਆ ਗਈ, ਪਰ ਬਾਬਾ ਗੁਰੂ ਅਰਜਨ ਸਾਹਿਬ ਤੇਰਾ ਧਿਆਨ ਨਹੀਂ ਤੋੜ ਸਕੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨੂੰ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ। ਤੇ ਮਹਿਤਾ ਕਲਿਆਣ ਚੰਦ ਜੀ ਕਹਿੰਦੇ ਨਾਨਕ ਮੈਂ ਤਾਂ ਹੈਰਾਨ ਹੋ ਗਿਆ ਵੀ ਤੁਸੀਂ ਇੱਕ ਦੂਜੇ ਨਾਲ ਕਿੰਨਾ ਪਿਆਰ ਕਰਦੇ ਹੋ। ਮੈਨੂੰ ਇੱਥੇ ਆਏ ਨੂੰ ਤੁਸੀਂ ਵੇਖਿਆ ਨਹੀਂ? ਇੱਦਾਂ ਹੀ ਆਇਆ ਸੀ ਹਿਮਾਯੂ ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਸਾਹਿਬ ਬੱਚਿਆਂ ਨਾਲ ਖੇਡ ਰਹੇ, ਬੱਚਿਆਂ ਨਾਲ, ਅਤੇ ਇਹਨੂੰ ਹੰਕਾਰ ਸੀ ਕਿ ਮੈਂ ਰਾਜਾ ਏ। ਇਹਨੇ 3 ਆਵਾਜ਼ਾਂ ਮਾਰੀਆਂ ਗੁਰੂ ਅੰਗਦ ਸਾਹਿਬ ਜੀ ਨੂੰ। ਕਹਿੰਦੇ ਗੁਰੂ ਜੀ ਮੈਂ ਆਇਆ। ਮਹਾਰਾਜ ਸਾਹਿਬ ਨੇ ਬਸ ਆਪਣੇ ਉਹ ਰੌਣਕ 'ਚ ਲੱਗੇ ਸੀ, ਇਹਦੇ ਵੱਲ ਧਿਆਨ ਨਹੀਂ ਦਿੱਤਾ। ਜਦੋਂ 3 ਆਵਾਜ਼ਾਂ ਮਾਰੀਆਂ ਤੇ ਥੋੜ੍ਹਾ ਜਿਹਾ ਚਿੜ ਗਿਆ, ਕਿਉਂਕਿ ਹੰਕਾਰ ਵੀ ਆ ਜਾਂਦਾ ਬੰਦੇ ਨੂੰ ਕਿ ਮੈਂ ਵੱਡਾ ਹਾਂ ਤੇ ਇਹ ਬੁਲਾਉਂਦਾ ਨਹੀਂ। ਆਖੋ ਸਤਿਨਾਮ। ਜਿੱਦਾਂ ਕਈ ਵਾਰੀ ਤੁਹਾਡੇ 'ਚ ਸੰਗਤਾਂ ਪਿਆਰ ਵਾਲੀਆਂ, ਕਈ ਵਾਰੀ ਦਾਸ ਵੀ ਚਿੰਤਾ ਝੋਰਿਆਂ 'ਚ ਕਿਤੇ ਗੁਜ਼ਰ ਰਿਹਾ ਹੋਵੇ ਨਾ, ਕਈ ਵਾਰੀ ਕਿਸੇ ਨੂੰ ਨਹੀਂ ਬੁਲਾਇਆ ਜਾਂਦਾ, ਬੰਦਾ ਆਪਣੇ ਬੀਜੀ ਹੁੰਦਾ, ਉਹ ਅਗਲੇ ਦਿਨ ਵੱਡਾ ਸਾਰਾ ਲਾਮਾ ਦੇਣਗੇ। ਉਹ ਵੀ ਪਤਾ ਕਿਹੜਾ? ਬਾਬਾ ਹੁਣ
ਫਿੱਟ ਗਿਆ ਆਖੋ ਸਤਿਨਾਮ। ਬਾਬਾ ਹੁਣ ਲੱਗਦਾ ਜ਼ਿਆਦੇ ਆ ਗਏ, ਹੁਣ ਤੇਰੀ ਹੋਸ਼ ਭੁੱਲ ਗਈ। ਮੈਂ ਕਿਹਾ ਚਲੋ ਮਹਾਰਾਜ ਜਾਣਦੇ ਗੁਰੂ ਅਰਜਨ ਸਾਹਿਬ ਘਟ ਘਟ ਕੇ ਅੰਤਰ ਕੀ। ਬਾਕੀ ਕਿਸੇ ਨੇ ਥੋੜ੍ਹਾ ਕਿਸੇ ਬਾਰੇ ਜਾਣਨਾ ਵੀ ਕੌਣ ਕੀ ਹੈ, ਆਪਾਂ ਤਾਂ ਗੈਸ ਹੀ ਲਾਉਣਾ। ਅਗਲਾ ਭਾਵੇਂ ਵਿਚਾਰਾ ਕਿੰਨਾ ਕੁ ਫਸਿਆ ਹੋਵੇ, ਦੁਖੀ ਹੋਵੇ, ਆਪਾਂ ਆਪਣੇ ਮੂੰਹ ਦੀ ਗੱਲ ਫੜਾ ਮਾਰ ਦੇਣੀ। ਫਿਰ ਵੀ ਸਾਡੀ ਮਜਬੂਰੀ ਕਿਹਦਾ ਨਹੀਂ ਵਾਹਿਗੁਰੂ ਸੌਰੀ ਨਹੀਂ ਕਿਤੇ ਪਤਾ ਲੱਗਾ ਬੁਲਾ ਸਕੇ, ਆਪਣਾ ਕਿਹੜਾ ਵੈਰ ਹੈ ਤੁਹਾਡੇ ਨਾਲ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਉਸ ਵਕਤ ਮਹਿਤਾ ਕਲਿਆਣ ਚੰਦ ਜੀ ਕਹਿੰਦੇ ਨਾਨਕ ਐਸਾ ਪਿਆਰ ਕਰਦੇ ਹਾਣੀਆਂ ਨੂੰ, ਤੁਹਾਨੂੰ ਲਾਗੇ ਪਤਾ ਨਹੀਂ। ਹੁਣ ਦੱਸੋ ਵੀ ਆ ਜਿਹੜੇ ਕਾਗਜ਼ ਨੇ ਸਾਰੇ ਬੱਚਿਆਂ ਨੇ ਕਿੰਨੇ ਪਿਆਰ ਦੇ ਨਾਲ ਆਪਣੀ ਛਾਤੀ ਨਾਲ ਲਾਏ ਹੈ। ਸਾਧ ਸੰਗਤ ਜੀ ਪਿਆਰ ਐਸੀ ਚੀਜ਼ ਹੁੰਦੀ ਹੈ, ਜਿੱਦਾਂ ਚਿੱਠੀ ਆਵੇ ਤੇ ਭਾਵੇਂ ਮਾਂ ਨੂੰ ਪੜ੍ਹਨੀ ਨਹੀਂ ਸੀ ਆਉਂਦੀ ਪੁਰਾਣੇ ਸਮੇਂ 'ਚ, ਤੇ ਕਈਆਂ ਨੇ ਇਹ ਵੀ ਵੇਖਿਆ ਕਿ ਮਾਂ ਨੇ ਪਹਿਲਾਂ ਚਿੱਠੀ ਨੂੰ ਮੱਥਾ ਟੇਕਣਾ, ਫਿਰ ਕੱਚੀ ਲੱਸੀ ਦਾ ਛਿੜਕਾਅ ਕਰਕੇ ਉਹਨੂੰ ਅਗਰਬੱਤੀ ਲਾ ਦੇਣੀ, ਕਿ ਪੁਰਾਣਾ ਸਮਾਂ ਸੀ। ਤੇ ਕਿਸੇ ਨੇ ਕਹਿਣਾ ਇਹ ਕੀ ਕਹਿਣਾ ਮੇਰੇ ਪੁੱਤ ਦਾ ਸੁਨੇਹਾ ਹੈ। ਉਹਦੇ ਵਿੱਚ ਪਤਾ ਤੇ ਹੁੰਦਾ ਨਹੀਂ ਸੀ, ਇੰਨਾ ਹੁੰਦਾ ਸੀ ਵੀ ਕਈ ਵਾਰੀ ਇਹ ਪੁਰਾਤਨ ਅਨਪੜ੍ਹਤਾ ਸੀ। ਗਿਆਨੀ ਪਿੰਦਰਪਾਲ ਜੀ ਵੀ ਸਰਵਣ ਕਰਾ ਰਹੇ ਸੀ ਵੀ ਉਦੋਂ ਜਿਹੜੀ ਚਿੱਠੀ ਥੋੜ੍ਹੀ ਜਿਹੀ ਪਾਟੀ ਹੋਣੀ ਨਾ, ਇਹ ਉਹਨੂੰ ਕਹਿਣਾ ਇਹ ਮਰੇ ਦੀ ਆਈ ਆ। ਕਹਿੰਦੇ ਇੱਕ ਵਾਰੀ ਐਸੀ ਚਿੱਠੀ ਆਈ, ਉਹ ਕਿਤੇ ਰਾਹ 'ਚ ਆਉਂਦਿਆਂ ਆਉਂਦਿਆਂ ਹੱਥਾਂ ਨਾਲ ਥੋੜ੍ਹੀ ਜਿਹੀ ਪਾਟ ਗਈ। ਉਹ ਜਦੋਂ ਡਾਕੀਏ ਨੇ ਫੜਾਈ ਤੇ ਬੀਬੀ ਨੇ ਇੰਨੀ ਧਾਹ ਮਾਰੀ, ਪੱਲੀਆਂ ਵਿਛ ਗਈਆਂ, ਸਾਰਾ ਪਿੰਡ ਆ ਗਿਆ। ਕਹਿੰਦੇ ਜੀ ਉਹਦੀ ਚਿੱਠੀ ਆ ਗਈ, ਉਹ ਮਰ ਗਿਆ। ਤੇ ਉਦੋਂ ਕਿਹੜਾ ਫੋਨ ਸੀ, ਉਹਨਾਂ ਨੇ ਸਾਰੀ ਕਿਰਿਆ ਕਰਾਤੀ, ਸਭ ਕੁਝ ਕਰਾਤਾ। ਉਹ 2 ਮਹੀਨੇ ਬਾਅਦ ਛੁੱਟੀ ਆਇਆ। ਜਦੋਂ ਆਇਆ ਬੂਹੇ 'ਚ ਤੇ ਸਾਰੇ ਕੋਠਿਆਂ 'ਤੇ ਚੜ੍ਹੇ ਫਿਰਨ। ਕੋਈ ਅੰਦਰ ਵੜੇ, ਕਹਿੰਦੇ ਭੂਤ ਆ ਗਿਆ। ਕਹਿੰਦਾ ਬੀਬੀ ਮੈਂ, ਕਹਿੰਦੇ ਤੂੰ ਮੇਰੇ ਲਾਗੇ ਨਹੀਂ ਆਉਣਾ, ਤੂੰ ਭੂਤ ਹੈ। ਇੱਕ ਕਿਤਾਬ ਲਿਖੀ ਭਾਈ ਜਰਨੈਲ ਸਿੰਘ ਜੀ ਸਮਰਾ, ਭਰਮ ਦਾ ਭੂਤ। ਉਹਨਾਂ ਦੀ ਰਿਲੀਜ਼ ਵੀ ਹੋਈ ਹੈ ਵੀਡੀਓ ਵੀ, ਭਰਮ ਦਾ ਭੂਤ। ਵੀ ਭਰਮ ਐਡੀ ਮਾੜੀ ਚੀਜ਼, ਚੰਗੇ ਭਲੇ ਘਰ ਨੂੰ ਬਰਬਾਦ ਕਰ ਦਿੰਦਾ। ਕਿਤੇ ਭਰਮ ਪੈ ਜਾਵੇ ਸਹੀ, ਕੋਈ ਇੱਦਾਂ ਕਹਿ ਦੇ ਨਾ ਵੀ ਜਿਹੜੇ ਰਸਤੇ 'ਚ ਆਪਾਂ ਜਾਂਦੇ ਹਾਂ ਉੱਥੇ ਐਕਸੀਡੈਂਟ ਹੋਏ 5-6 ਤੇ ਰਾਤ ਨੂੰ ਉੱਥੇ ਰੂਹਾਂ ਫਿਰਦੀਆਂ, ਉਹ ਸੱਚੀ ਐਂ ਚਲਾਉਂਦਿਆਂ ਲੱਗਦਾ ਜਿਵੇਂ ਤਾਂ ਕੋਈ ਆ ਕੇ ਬਹਿ ਗਿਆ ਹੁੰਦਾ। ਮਹਿਸੂਸ ਹੋਣ ਲੱਗ ਪੈਂਦਾ ਨਾ। ਭਰਮ 'ਚ ਕਦੇ ਨਹੀਂ ਪੈਣਾ, ਕਿਉਂਕਿ ਭਰਮ ਪੈ ਗਿਆ ਤੇ ਤੁਹਾਡਾ ਬੇੜਾ। ਭਰਮ ਬਹੁਤ ਮਾੜੀ ਚੀਜ਼, ਮਹਾਰਾਜ ਦੀ ਬਾਣੀ 'ਚ ਲਿਖਿਆ ਏ। ਮਹਾਰਾਜ ਕਹਿੰਦੇ ਦੁਬਦਾ ਨਾ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਏ। ਇਹ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਚੱਲਦਾ। ਦੁਬਦਾ ਨਾ ਪੜੋ, ਦੁਬਦਾ 'ਚ ਨਹੀਂ ਪੈਣਾ ਕਿ ਮੈਨੂੰ ਕਰਤਾ ਮੇਰੇ ਮਗਰ ਕੁਝ ਲਾਤਾ। ਜਿਨ੍ਹਾਂ ਦਾ ਪੀਰ ਪੰਜਵਾਂ ਹੋਵੇ ਉਹਨੂੰ ਕੋਈ ਕੁਛ ਨਹੀਂ ਕਰਦਾ। ਇੱਕ ਭਰੋਸਾ, ਦੁਬਦਾ ਪੈ ਗਈ ਤੇ ਗਏ। ਫਿਰ ਥੱਲਿਓਂ ਦੀ ਧਾਗਾ ਵੱਝ ਜਾਣਾ, ਗਾਤਰਾ ਵੀ ਪਾਇਆ ਹੋਣਾ, ਮਾਫ ਕਰ ਦਿਓ। ਜਦੋਂ ਭਰਮ ਪੈ ਗਿਆ ਫਿਰ ਗਏ, ਫਿਰ ਪੜਦੇ 'ਚ ਥੱਲੇ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਇਹਦੇ ਤੋਂ ਬਿਨਾਂ ਕਿਸੇ ਨੂੰ ਨਹੀਂ ਮੜੈ ਮਸਾਨ ਨਾ ਜਾਈ। ਮੜੀਆਂ ਕਬਰਾਂ 'ਤੇ ਮੱਥਾ ਨਹੀਂ ਟੇਕਣਾ। ਬਿਲਕੁਲ ਮੈਂ ਨਹੀਂ ਕਹਿੰਦਾ, ਮੇਰੇ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ ਕਿ ਮੇਰੇ ਪੁੱਤ ਨੇ ਮਿਲਣਾ ਹੈ, ਮਿਲਣਾ ਹੈ। ਜਿੰਨੇ ਜ਼ਿੰਦਗੀ ਦਿੱਤੀ ਕੋਈ ਨਹੀਂ ਲੈ ਜੇ। ਜਿੱਦਣ ਸਵਾਸ ਮੋਗੇ ਮੈਨੂੰ ਭੋਰਾ ਪਰਵਾਹ ਨਹੀਂ। ਤੇ ਬੰਦਾ ਮੌਤ ਤੋਂ ਡਰਦਾ ਹੀ ਕਿਸੇ ਦੇ ਅੱਗੇ ਸਿਰ ਝੁਕਾਉਂਦਾ ਕਿ ਮੇਰੇ ਸਿਰ 'ਤੇ ਹੱਥ ਫੇਰੋ, ਮੇਰਾ ਕੁਝ ਕਰੋ, ਮੈਨੂੰ ਕੁਝ ਹੁੰਦਾ। ਤੇ ਜਿਨ੍ਹਾਂ ਦੀ ਨਾਲ ਸਾਹਿਬ ਦੇ ਯਾਰੀ, ਉਹਨਾਂ ਦੀ ਮਹਿਮਾ ਬਹੁਤ ਹੀ ਭਾਰੀ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਕੀ ਰੱਬ ਦੇ ਪਿਆਰਿਆਂ ਦਾ ਪਿਆਰ ਰੱਬ ਦੇ ਪਿਆਰੇ ਜਾਣਦੇ ਨੇ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰਨ। ਉਹ ਬੱਚਿਆਂ ਨੇ ਚਿੱਠੀਆਂ ਛਾਤੀ ਨਾਲ ਲਾਈਆਂ ਤੇ ਮਹਾਰਾਜ ਦੇ ਪਿਤਾ ਜੀ ਕਹਿ ਰਹੇ ਵੀ ਇਹਨਾਂ ਦੇ ਵਿੱਚ ਕੀ ਲਿਖਿਆ ਹੈ। ਕਹਿੰਦੇ ਜਿੱਦਾਂ ਬਹੁਤ ਸਿਆਣਾ ਪੰਡਤ ਵੇਦਾਂ ਦੀ ਵਿਚਾਰ ਕਥਾ ਕਰਦਾ ਹੈ। ਕਹਿੰਦੇ ਮੈਂ ਵੇਖ ਰਿਹਾ ਸੀ ਕਿ ਮੇਰਾ ਨਾਨਕ ਏਡਾ ਵੱਡਾ ਪੰਡਤ ਹੈ। ਜਿਵੇਂ ਵੱਡਾ ਗਿਆਨਵਾਨ ਪੰਡਤ ਕਥਾ ਵਿਚਾਰ ਕਰੇ ਤੇ ਸੰਗਤ ਮੁਗਧ ਮੰਤਰ ਹੋ ਜਾਂਦੀ ਹੈ। ਵੀ ਉਹਦੇ ਵਿੱਚ ਐਂ ਭਿੱਜ ਜਾਂਦੀ ਹੈ, ਸਮਾਂ ਭੁੱਲ ਜਾਂਦਾ, ਘਰ ਦਾ ਚੇਤਾ ਭੁੱਲ ਜਾਂਦਾ। ਇੰਨਾ ਕੁ ਭਿੱਜ ਜਾਈਦਾ ਕਿ ਵਾਰੀ ਘਰੋਂ ਝਿੜਕ ਪੈ ਜਾਂਦੀ ਹੈ। ਤੁਸੀਂ 15 ਮਿੰਟ ਮੱਥਾ ਟੇਕਣ ਕਹਿ ਕੇ ਗਏ ਤੇ ਤੁਸੀਂ ਤਾਂ ਸ਼ਾਮਾਂ ਹੀ ਪਾਤੀਆਂ। ਐਸਾ ਹੋ ਜਾਂਦਾ। ਇਸ ਕਰਕੇ ਮਹਾਰਾਜ ਦੇ ਪਿਤਾ ਜੀ ਕਹਿੰਦੇ ਤੁਸੀਂ ਤਾਂ ਇੱਦਾਂ ਕਥਾ ਕਰ ਰਹੇ ਜਿਵੇਂ ਬੜਾ ਵੱਡਾ ਪੰਡਤ ਗਿਆਨੀ ਹੋਵੇ। ਫੇਰ ਨਹੀਂ ਪਿਤਾ ਜੀ ਨੂੰ ਪਤਾ ਲੱਗਣ ਦਿਆ ਵੀ ਵਾਰ-ਵਾਰ ਕਹੀ ਤੇ ਜਾਂਦੇ ਵੀ ਖੁਦ ਰੱਬ ਆਇਆ, ਖੁਦ ਖੁਦਾ ਆਇਆ। ਉਹ ਫਿਰ ਉਹਨਾਂ ਗੱਲਾਂ 'ਚ ਲੈ ਜਾਂਦਾ।
ਕਹਿੰਦਾ ਤੁਸੀਂ ਇਦਾਂ ਲੱਗਦੇ ਸੀ ਜਿਵੇਂ ਬਹੁਤ ਵੱਡਾ ਗਿਆਨੀ ਜਿਹੜਾ ਵਿਚਾਰ ਕਰਦਾ ਹੈ। ਮਨ ਕੋ ਕਿਤਹੁ ਤਾਰਤ ਸੁਣ ਕਰ ਪਿਤਾ ਬਚਨ ਕੋ ਬੋਲੇ। ਹਾਂਜੀ, ਕਹਿੰਦੇ ਫਿਰ ਉਸ ਕਰਕੇ ਮੇਰੇ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪਿਤਾ ਜੀ ਦੇ ਬਚਨ ਸੁਣੇ ਤੇ ਬੋਲਣਾ ਕੀਤਾ। ਸੰਪਟ ਬਿਦਰਮ ਅੰਮ੍ਰਿਤ ਖੋਲੇ। ਤੇ ਬਾਹਰ ਆਏ ਸੱਚੇ ਪਾਤਸ਼ਾਹ ਦੇ ਜਦੋਂ ਮੁਖ ਦੇ ਵਿੱਚੋਂ ਬਚਨ ਆਏ, ਕਹਿੰਦੇ ਜਿਵੇਂ ਕਿਸੇ ਬਖਸ਼ਿਸ਼ ਵਾਲੀ ਚੀਜ਼ ਦਾ ਡੱਬਾ ਖੁੱਲ੍ਹਦਾ, ਲੱਡੂਆਂ ਦਾ ਹੀ ਕਹਿ ਲਓ, ਜਦੋਂ ਲੱਡੂਆਂ ਦਾ ਡੱਬਾ ਖੁੱਲ੍ਹਦਾ ਏ ਤੇ ਲਾਲਾਂ ਡਿੱਗ ਪੈਂਦੀਆਂ ਏ ਵੀ ਛੇਤੀ ਛੇਤੀ ਮੈਨੂੰ ਦੇ ਦਿਓ। ਤਾਂ ਪਹਿਲਾਂ ਪੁਰਾਣੇ ਸਮੇਂ 'ਚ ਲੱਡੂ ਹੀ ਮਸ਼ਹੂਰ ਸੀ। ਹੁਣ ਤਾਂ ਬਹੁਤ ਕੁਝ ਆ ਗਿਆ। ਉਦੋਂ ਲੱਡੂ ਕਹਿਣਾ ਲੱਡੂ ਵਟਣੇ ਆ, ਸਾਰੀ ਰਾਤੀ ਲੋਕਾਂ ਨੇ ਲੱਡੂ ਮੋਠਾਂ ਦੇ ਨਾਲ, ਕਿ ਚਾਹ ਸੀ ਨਾ, ਭੁੱਖਾ ਨਹੀਂ ਕੋਈ ਹੁੰਦਾ, ਇੱਕ ਪਿਆਰ ਹੁੰਦਾ, ਕਹਿਣਾ ਅੱਜ ਉਹਨਾਂ ਦੇ ਲੱਡੂ ਵਟਣੇ, ਆਪਾਂ ਰਾਤ ਨੂੰ ਜਾਣਾ ਹੈ। ਹੁਣ ਤਾਂ ਸਭ ਕੁਝ ਹੀ ਮੁੱਕ ਗਿਆ। ਸ਼ੂਗਰ ਹੀ ਇੰਨੀ ਹੋ ਗਈ, ਮਿੱਠੇ ਨੂੰ ਵੇਖ ਕੇ ਅੱਖਾਂ ਬੰਦ ਕਰ ਲਈਦੀਆਂ। ਅਤੇ ਪਹਿਲਿਆਂ ਨੂੰ ਚਾਅ ਚੜ੍ਹ ਜਾਂਦਾ ਸੀ, ਕਹਿਣਾ ਮਿੱਠਾ ਦਿਓ, ਮੂੰਹ ਮਿੱਠਾ ਕਰੋ। 2-2 ਕਿਲੋ ਮਿੱਠਾ ਖਾ ਜਾਂਦੇ ਸੀ। 2 ਕਿਲੋ ਗੁੜ ਅਤੇ ਚਾਟੀ ਲੱਸੀ ਦੀ ਇੱਕ ਬੰਦਾ ਪੀਂਦਾ ਸੀ। ਅਤੇ ਅੱਜ ਤੇ ਗਲਾਸ ਵੇਖ ਕੇ ਕਹਿੰਦਾ ਮੈਂ ਤਾਂ ਗੋਲੀ ਹੁਣੇ ਖਾਧੀ ਆ। ਮੈਂ ਸੌਰੀ ਬਈ, ਮੈਂ ਨਹੀਂ ਛਕ ਸਕਦਾ, ਪੱਲੇ ਸਰੀਰਾਂ ਦੇ ਕੁਝ ਨਹੀਂ ਜੀ, ਜ਼ਿੰਦਗੀ ਮੁੱਕ ਗਈ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮੁੱਖ 'ਚੋਂ ਬੋਲੇ, ਇਹ ਕਵੀ ਸੰਤੋਖ ਸਿੰਘ ਕਹਿੰਦੇ ਜਿੱਦਾਂ ਕੋਈ ਮਹਿਕ ਵਾਲੀ ਚੀਜ਼ ਦਾ ਡੱਬਾ ਖੁੱਲ੍ਹਦਾ, ਮੇਰੇ ਬਾਬੇ ਨਾਨਕ ਦੇ ਲਵਾਂ ਦੇ ਵਿੱਚੋਂ ਜਦੋਂ ਬੋਲ ਨਿਕਲੇ ਹਨ। ਕਹਿੰਦੇ ਮਹਾਰਾਜ ਸਾਹਿਬ ਜੀ ਨੇ ਗੀਤਾ ਦੇ ਕੁਝ ਸ਼ਲੋਕ ਆਪਣੇ ਮੁੱਖ 'ਚੋਂ ਬੋਲੇ। ਆਖੋ ਵਾਹਿਗੁਰੂ। ਤੇ ਗੀਤਾ ਕਿਹਦੀ ਦੇਣ ਹੈ? ਗੀਤਾ ਜਿਹੜੀ ਕਿਹਨੇ ਉਚਾਰੀ ਹੈ? ਆਖੋ ਸਤਿਨਾਮ। ਬਖਸ਼ਿਸ਼ਾਂ ਦੇ ਭੰਡਾਰੇ ਰਮਾਇਣ, ਗੀਤਾ। ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ, ਆਪਾਂ ਇਸ ਵਿਸ਼ੇ 'ਤੇ ਨਹੀਂ ਜਾਣਾ ਕਈ ਵਾਰੀ, ਕਿਉਂਕਿ ਦੂਜੇ ਧਰਮ ਦੇ ਗ੍ਰੰਥ ਨੇ, ਦੁਬਿਧਾ 'ਚ ਆਪਾਂ ਆਪਣੇ 'ਚ ਹੀ ਰਹੀਏ। ਤੋ ਇਸ ਕਰਕੇ ਮਹਾਰਾਜ ਸਾਹਿਬ ਦੇ ਮੁੱਖ 'ਚੋਂ ਗੀਤਾ ਦੇ ਸ਼ਲੋਕ ਉਤਰੇ ਹਨ। ਤੇ ਕਹਿੰਦੇ ਉਸ ਵੇਲੇ ਜਿੱਦਾਂ ਕ੍ਰਿਸ਼ਨ ਭਗਵਾਨ ਜੀ ਕਰਦੇ ਹੁੰਦੇ ਸੀ ਨਾ, ਕਿਉਂਕਿ ਉਹਨਾਂ ਦੀਆਂ ਬਖਸ਼ਿਸ਼ਾਂ ਨੇ। ਤੋ ਇਸ ਤਰ੍ਹਾਂ ਕਰਕੇ ਮੇਰੇ ਪਾਤਸ਼ਾਹ ਬੜੇ ਸੁੰਦਰ ਬੋਲ, ਬੜੀ ਪ੍ਰੀਤ ਦੇ ਨਾਲ ਗੀਤਾ ਦੇ ਅਰਥ ਕਰ ਰਹੇ ਹਨ। ਔਰ ਕਹਿੰਦੇ ਇੰਨੇ ਸੁੰਦਰ ਮਹਾਰਾਜ ਪੜ੍ਹ ਕੇ ਤੇ ਉਹਦੇ ਅਰਥ ਬੱਚਿਆਂ ਦੇ ਨਾਲ ਸਾਂਝੇ ਕਰਦੇ ਹਨ। ਔਰ ਕਹਿੰਦੇ ਪ੍ਰੇਮ ਦੇ ਵਿੱਚ ਆ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਇੰਨੇ ਪਿਆਰ ਦੇ ਨਾਲ ਉਹਨਾਂ ਦੀ ਵਿਚਾਰ ਕਰ ਰਹੇ ਹਨ ਕਿ ਜਿਨ੍ਹਾਂ ਦੇ ਨਾਲ ਸਾਰੇ ਭੱਲੇ ਭੁੜਕੇ ਜਿਹੜੇ ਲੋਕ ਨੇ ਉਹਨਾਂ ਨੂੰ ਰਸਤਾ ਮਿਲ ਜਾਵੇ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮਹਿਤਾ ਕਾਲਿਆਣ ਚੰਦ ਜੀ ਨੇ ਜਦੋਂ ਸੁਣੇ ਵੀ ਗੀਤਾ ਦੇ ਸ਼ਲੋਕ, ਤੇ ਮੇਰਾ ਨਾਨਕ ਅਰਥ ਵੀ ਨਾਲ ਇਦਾਂ ਦੇ ਕਰਤੇ ਹੈਰਾਨ ਹੋ ਗਏ। ਕਹਿੰਦੇ ਜਿੰਨਾ ਵੀ ਅੰਦਰ ਲਾਲਚ ਸੀ ਮਹਿਤਾ ਕਲਿਆਣ ਚੰਦ ਦੇ ਕੂੜ ਪ੍ਰਤੀ, ਝੂਠ ਪ੍ਰਤੀ, ਮਾਇਆ ਪ੍ਰਤੀ, ਸੱਚ ਜਾਣੀ ਅੱਜ ਬਾਬੇ ਨਾਨਕ ਦੀ 2 ਕਥਾ ਦੇ ਬੋਲਾਂ ਨੇ ਸਾਰਾ ਝੂਠ ਹੀ ਖਤਮ ਕਰਤਾ। ਆਖੋ ਸਤਿਨਾਮ। ਸਾਰਾ ਲਾਲਚ ਹੀ ਅੰਦਰੋਂ ਖਤਮ ਹੋਇਆ। ਕਹਿੰਦੇ ਫਿਰ ਮਹਿਤਾ ਕਲਿਆਣ ਚੰਦ ਜੀ ਕਹਿਣ ਲੱਗੇ, ਨਾਨਕ ਮੇਰਾ ਬੜਾ ਦਿਲ ਕਰਦਾ ਇੱਕ ਵਾਰੀ ਹੋਰ ਸੁਣਾ। ਆਖੋ ਸਤਿਨਾਮ। ਇੱਕ ਵਾਰੀ ਹੋਰ ਪੜ੍ਹੋ ਇਹੋ ਹੀ ਸ਼ਲੋਕ, ਜਿੱਦਾਂ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਤੋਂ ਸੁਣੀ ਸੀ ਨਾ ਬਾਣੀ। ਇਹ ਬੀਬੀ ਅਮਰੋ ਵੈਸੇ ਵੀ ਭੈਣਾਂ ਦੀ ਆਵਾਜ਼ ਜਿਹੜੀ ਬੜੀ ਮਿੱਠੀ ਦਿੱਤੀ ਰੱਬ ਨੇ, ਇਹਨਾਂ ਦੀ ਰਸਨਾ ਤੇ ਰੱਬ ਵੱਲੋਂ ਹੀ ਰਸ ਹੈ। ਤੇ ਉਹ ਕਹਿਣ ਲੱਗੇ, ਬੇਟਾ ਤੇਰਾ ਨਾਂ ਕੀ? ਕਹਿੰਦੀ ਜੀ ਪਿਤਾ ਜੀ ਅਮਰੋ। ਉਦੋਂ ਇੱਦਾਂ ਦੇ ਸੀ। ਕਹਿਣ ਲੱਗੇ, ਬੇਟਾ ਤੂੰ ਤੇ ਸੱਚੀ ਅਮਰ ਹੋ ਗਈ, ਮੈਂ ਤੇ ਨਾਂ ਦਾ ਹੀ ਅਮਰ ਰਹਿ ਗਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ ਕਈ ਵਾਰੀ ਬੰਦੇ ਦਾ ਜਿਹੜਾ ਨਾਮ ਰੱਖਿਆ ਹੋਵੇ ਨਾ ਮਾਪਿਆਂ ਨੇ, ਉਹਦੇ ਵਿੱਚ ਵੀ ਬੜੇ ਡੂੰਘੇ ਅਰਥ ਹੁੰਦੇ ਆ। ਕਿਤੇ ਆਪੋ ਆਪਣੇ ਨਾਂ ਦੇ ਅਰਥ ਆਪ ਹੀ ਕਰਕੇ ਵੇਖ ਲਿਓ। ਪਰ ਕਈ ਵਾਰੀ ਉਲਟ ਵੀ ਹੋ ਜਾਂਦੇ ਆ। ਨਾਮ ਹੁੰਦਾ ਸੇਵਾ ਸਿੰਘ, ਕੌਲੀ ਆਪਣੀ ਵੀ ਨਹੀਂ ਧੋਤੀ ਕਦੇ।
ਨਾਮ ਹੁੰਦਾ ਤੁਸੀਂ ਨਾ ਕੋਈ ਸੁਣ ਲਿਓ ਭਾਈ, ਨਾਮ ਹੁੰਦਾ ਸੰਤੋਖ ਸਿੰਘ, ਤੇ ਭੁੱਖ ਸਾਰਿਆਂ ਤੋਂ ਵੱਧ ਹੁੰਦੀ ਹੈ। ਤੇ ਇਸ ਕਰਕੇ ਚਲੋ ਜਿੱਦਾਂ ਦਾਸ ਦਾ ਹੀ ਨਾਂ ਹੈ, ਤੇ ਨਾਂ ਤੇ ਇਦਾਂ ਦਾ ਵੀ ਸਾਰਿਆਂ ਨੂੰ ਸੁੱਖ ਦੇਣੇ, ਪਰ ਦਿੱਤੇ ਦੁੱਖ ਹੀ ਹੈ। ਆਖੋ ਸਤਿਨਾਮ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਬੜੀ ਵੱਡੀ ਦਾਤ ਹੁੰਦੀ ਆਪਣੇ ਨਾਮ ਕਰਨ ਦੇ ਪਿੱਛੇ। ਤੋ ਗੁਰੂ ਗਰੀਬ ਨਵਾਜ ਬਖਸ਼ਿਸ਼ ਦੇ ਮਾਲਕ ਨੂੰ ਪਿਤਾ ਮਹਿਤਾ ਕਲਿਆਣ ਚੰਦ ਜੀ ਕਹਿੰਦੇ, ਕਹਿਣ ਲੱਗੇ ਇੱਕ ਵਾਰੀ ਹੋਰ ਸੁਣਾਓ। ਬੀਬੀ ਅਮਰੋ ਨੂੰ ਗੁਰੂ ਅਮਰਦਾਸ ਕਹਿੰਦੇ, ਪੁੱਤ ਬੜਾ ਰਸ ਤੇਰੀ ਜ਼ੁਬਾਨ ਤੇ, ਇੱਕ ਵਾਰੀ ਹੋਰ ਬੋਲ। ਕਹਿਣ ਲੱਗੇ ਫੇਰ ਸੁਣਿਆ, ਫੇਰ ਕਹਿੰਦੇ ਇੱਕ ਵਾਰੀ ਹੋਰ ਸੁਣਾ। 5 ਵਾਰੀ ਸੁਣ ਕੇ ਕਹਿਣ ਲੱਗੇ, ਜਿਹਦੀ ਬਾਣੀ ਇੰਨੀ ਮਿੱਠੀ ਹੈ, ਆਪ ਕਿੰਨਾ ਸੋਹਣਾ ਹੋਵੇਗਾ। ਪੁੱਤ ਦੱਸ ਮੈਨੂੰ ਇਹ ਬਾਣੀ ਕਿਹਦੀ? ਕਹਿੰਦੇ ਗੁਰੂ ਨਾਨਕ ਦੀ। ਕਹਿੰਦੇ ਕਿੱਥੇ ਮਿਲਣਗੇ? ਕਹਿੰਦੇ ਜੀ ਉਹ ਤਾਂ ਜੋਤੀ ਜੋਤ ਸਮਾ ਕੇ ਆਪਣੀ ਜੋਤ ਗੁਰੂ ਅੰਗਦ ਸਾਹਿਬ 'ਚ ਰੱਖ ਗਏ, ਤੇ ਗੁਰੂ ਅੰਗਦ ਸਾਹਿਬ ਇਸ ਵੇਲੇ ਖਡੂਰ ਸਾਹਿਬ ਦੇ ਵਿੱਚ ਜੋਤ ਜਗਾ ਕੇ ਬੈਠੇ ਹੈ। ਜਾਓ ਜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਉਸੇ ਵੇਲੇ ਤੁਰ ਪਏ। ਕਬੀਰ ਸਾਧੂ ਕੋ ਮਿਲਣੇ ਸਾਥ ਨਾ ਲੀਜੈ। ਇਹ ਨਹੀਂ ਵੇਖਿਆ ਵੀ ਕੱਪੜੇ ਨਹੀਂ ਚੰਗੇ, ਜੋੜਾ ਨਹੀਂ ਹੈਗਾ ਮੇਰੇ ਨਾਲ, 5-4 ਚਾਹੀਦੇ, ਮੱਥਾ ਟੇਕਣ ਨੂੰ ਮਾਇਆ ਨਹੀਂ ਹੈਗੀ, ਨਾ ਜਿਨ੍ਹਾਂ ਦੇ ਅੰਦਰ ਖਿੱਚ ਹੈ ਉਹ ਨਹੀਂ ਵੇਂਦੇ ਅੱਗਾ ਪਿਛਾ। ਮਹਾਰਾਜ ਸਿੱਧੇ ਹੀ ਖਡੂਰ ਸਾਹਿਬ ਪਹੁੰਚ ਗਏ। ਖਿੱਚ ਹੀ ਨਹੀਂ ਪਈ। ਇੱਦਾਂ ਹੀ ਕਿਤੇ ਸਾਡੇ ਅੰਦਰ ਵੀ ਖਿੱਚ ਪੈ ਜੇ, ਸੁਣਦੇ ਤੇ ਅਸੀਂ ਵੀ ਬਹੁਤ ਹਾਂ ਮਹਾਰਾਜ ਦੀ ਕਥਾ ਬਾਣੀ, ਪਰ ਓਨਾ ਕੁ ਚਿਰ ਹੀ ਹੈ ਜਿੰਨਾ ਕੁ ਚਿਰ ਚੱਲਣ ਦਿਆ, ਮੁੜ ਕੇ ਉੱਦਾਂ ਦੇ ਹੋ ਜਾਈਦਾ। ਤੋ ਇਸ ਕਰਕੇ ਇਹ ਘਾਟ ਬਹੁਤ, ਸਮਾਗਮ ਬਹੁਤ ਹੈ, ਗੁਰਦੁਆਰੇ ਬਹੁਤ, ਕਥਾ ਬਹੁਤ ਹੋ ਰਹੀ। ਲਾਈਵ ਵੀ ਆਉਂਦਾ ਮੰਜੀ ਸਾਹਿਬ ਤੋਂ, ਬੰਗਲਾ ਸਾਹਿਬ ਤੋਂ। ਕਥਾ ਦਾ ਘਾਟਾ ਨਹੀਂ, ਪਰ ਅਮਲ ਕੋਨੀ ਹੈ। ਬਸ ਉਹਨਾਂ ਕੁ ਚਿਰ ਜਿਹਨੂੰ ਕਹਿੰਦੇ ਨਾ ਟਾਈਮ ਪਾਸ ਜਿਹਾ ਵੀ ਚਲ ਝੱਟ ਆਏ ਆ, ਰੌਣਕ ਮੇਲਾ ਜਿਹਾ ਵੀ ਬਣਾ ਲਿਆ, ਅੰਦਰੋਂ ਨਹੀਂ ਜਾਣਿਆ ਇਸ ਚੀਜ਼ ਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਆਏ ਪਿਤਾ ਜੀ ਕਹਿੰਦੇ ਇੱਕ ਵਾਰੀ ਫੇਰ ਸੁਣਾਉਣਾ ਕਰੋ ਨਾਨਕ ਜੀ। ਕਹਿਣ ਲੱਗੇ ਬੜੇ ਸੁੰਦਰ ਅਰਥ ਕੀਤੇ ਐ, ਜਿਹੜੇ ਸਮਝ ਆ ਜਾਣ। ਕਹਿੰਦੇ ਮਹਾਰਾਜ ਦੇ ਬੋਲ ਇੰਨੇ ਮਿੱਠੇ, ਇੰਨੇ ਮਿੱਠੇ, ਜਿਹੜਾ ਵੀ ਸੁਣ ਲੈਂਦਾ ਉਹਨੂੰ ਠੰਡ ਜੀ ਪੈ ਜਾਂਦੀ। ਕਈ ਇਨਸਾਨ ਇੱਦਾਂ ਦੇ, ਉਹਨਾਂ ਦੇ ਬੋਲਾਂ 'ਚ ਬੜਾ ਰਸ ਹੁੰਦਾ। ਉਹ 2 ਕੀ ਬੋਲ ਬੋਲਦੇ ਨਾ, ਤੇ ਬੰਦਾ ਕਹਿੰਦਾ ਅੱਜ ਮੇਰਾ ਸਾਰਾ ਦਿਨ ਬੜਾ ਸੋਹਣਾ ਲੰਘਿਆ, ਕੋਈ ਰੱਬ ਦਾ ਪਿਆਰਾ ਮਿਲਿਆ ਸੀ ਜਿਹਨੇ 2 ਬੋਲ ਸੁਣਾਏ ਆਪਣੇ। ਹੁਣ ਬੋਲ ਤਾਂ ਸਾਰੀ ਦੁਨੀਆ ਇੰਨਾ ਬੋਲਦੀ ਆ, ਪਰ ਕੁਝ ਖਾਸ ਹੁੰਦੇ ਨੇ ਉਹਨਾਂ ਦੇ ਬੋਲਾਂ 'ਚ, ਕੋਈ ਕਸ਼ਿਸ਼ ਹੁੰਦੀ ਹੈ ਜਿਹੜੀ ਅੰਦਰ ਨੂੰ ਸਕੂਨ ਦਿੰਦੀ ਹੈ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਤਾਂ ਖੁਦ ਖੁਦਾ ਸੀ, ਉਹਨਾਂ ਦੇ 2 ਬੋਲ ਸਾਰੀ ਕਾਇਨਾਤ ਨੂੰ ਸਕੂਨ ਪਏ ਵੰਡਦੇ ਹਨ। ਕਹਿੰਦੇ ਮਹਿਤਾ ਕਲਿਆਣ ਚੰਦ ਜੀ ਪਟਵਾਰੀ ਸਨ, ਪੈਸੇ 'ਚ ਰਹਿਣ ਵਾਲੇ, ਤੇ ਉਹ ਪਰੇਸ਼ਾਨ ਰਹਿੰਦੇ ਸੀ, ਸੋਚਾਂ 'ਚ ਰਹਿੰਦੇ ਸੀ। ਪਰ ਅੱਜ ਪਹਿਲੀ ਵਾਰੀ ਇੱਕ ਬੱਚੇ ਦੇ ਬਚਨ ਸੁਣ ਕੇ ਇੱਕ ਬਾਪੂ ਦਾ ਅੰਦਰ ਠਰ ਗਿਆ। ਆਖੋ ਵਾਹਿਗੁਰੂ। ਜਿਹੜਾ ਬਾਪੂ ਕਿਸੇ ਨਾ ਕਿਤੇ ਤੱਤਾ ਬੋਲਦਾ ਸੀ, ਸਾਰਿਆਂ ਨਾਲ ਗੁੱਸੇ ਨਾਲ ਬੋਲਦਾ ਸੀ, ਅੱਜ ਮਹਿਤਾ ਕਲਿਆਣ ਚੰਦ ਦੀ ਰਸਨਾ ਭੇਜ ਗਈ। ਅੱਜ ਅੱਖਾਂ 'ਚ ਨੂਰ ਆਇਆ। ਕਹਿੰਦੇ ਨਾਨਕ ਸੁਣਾਈ ਜਾ ਤੇ ਮੈਂ ਸੁਣੀ ਜਾਵਾਂ। ਤੇ ਮੇਰੇ ਸੱਚੇ ਪਾਤਸ਼ਾਹ ਅਰਥ ਸੁਣਾ ਰਹੇ ਨੇ, ਜਿਹੜੇ ਧਰਤੀ ਨੂੰ ਤਾਰਨ ਆਏ ਹਨ। ਔਰ ਕਹਿੰਦੇ ਦੁਨੀਆ ਨੂੰ ਤਾਰਨ ਵਾਲੇ ਸਤਿਗੁਰੂ ਜੀ ਨੇ ਗੀਤਾ ਦੇ ਪੂਰੇ ਸ਼ੁੱਧ ਸਪਸ਼ਟ ਅਰਥ ਆਪਣੀ ਬਾਲ ਉਮਰ 'ਚ ਅੱਜ ਇੱਕ ਹੋਰ ਚੀਜ਼ ਮਿਲ ਗਈ। ਅੱਗੇ ਆਪਾਂ ਇਤਿਹਾਸ ਸੁਣਿਆ ਹੈ ਵੀ ਗੀਤਾ ਦੇ ਅਰਥ ਗੁਰੂ ਹਰਿਕ੍ਰਿਸ਼ਨ ਨੇ ਗੂੰਗੇ ਤੋਂ ਕਰਾਏ ਸੀ, ਪਰ ਅੱਜ ਇਹ ਵੀ ਮਿਲ ਗਿਆ ਵੀ ਗੀਤਾ ਦੇ ਅਰਥ ਗੁਰੂ ਨਾਨਕ ਸਾਹਿਬ ਨੇ ਵੀ ਕੀਤੇ ਬਚਪਨ ਦੇ ਵਿੱਚ। ਇਹ ਜੋਤ ਉਹ ਹੀ ਚੱਲਣ ਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਕਹਿੰਦੇ ਇੰਨੇ ਸੋਹਣੇ ਤੇ ਕਿਸੇ ਪੰਡਤ ਨੂੰ ਵੀ ਨਹੀਂ ਆਉਂਦੇ, ਇੰਨੀ ਡੂੰਘਾਈ ਤੇ ਇੰਨਾ ਰਸ। ਕਈਆਂ ਕੋਲ ਸਾਧ ਸੰਗਤ ਗਿਆਨ ਬਹੁਤ ਹੁੰਦਾ, ਪਰ ਰੱਬ ਨੇ ਉਹਨਾਂ ਦੀ ਜ਼ੁਬਾਨ 'ਤੇ ਰਸ ਨਹੀਂ ਦਿੱਤਾ ਹੁੰਦਾ। ਉਹਨਾਂ ਨੇ ਬੜੇ ਗ੍ਰੰਥ, ਬੜੀ ਸਟੱਡੀ ਕੀਤੀ ਹੁੰਦੀ, ਪਰ ਉਹ ਜਦੋਂ ਬੋਲਦੇ ਉਹਨਾਂ ਨੂੰ ਸੁਣਦਾ ਨਹੀਂ ਕੋਈ। ਤੇ ਕਈ ਜਿਹੜੇ ਹੈ ਜਿਨ੍ਹਾਂ ਪੜ੍ਹਿਆ ਕੁਛ ਨਹੀਂ ਹੈ, ਮੇਰੇ ਵੱਲ ਵੇਖ ਲਓ, ਤੇ ਕੁਛ ਮਿਹਨਤ ਨਹੀਂ ਕੀਤੀ, ਕੁਛ ਨਹੀਂ। ਗੁਰੂ ਦਾ ਤਰਸ ਹੈ, ਮਹਾਰਾਜ ਨੇ ਡਾਢਾ ਤਰਸ ਕਰ ਦਿੱਤਾ। ਇਸੇ ਤਰ੍ਹਾਂ ਕਹਿੰਦੇ ਹਨ ਕਿ ਸਾਰੇ ਗੁਣ ਰੱਬ ਕਿਸੇ ਨੂੰ ਨਹੀਂ ਦਿੰਦਾ। ਕਈਆਂ ਨੂੰ ਗਿਆਨ ਦਿੱਤਾ, ਵਿਦਿਆ ਬਹੁਤ, ਸਰਟੀਫਿਕੇਟ ਨੇ, ਪਰ ਉੱਦਾਂ ਤੁਰੇ ਫਿਰਦੇ ਹੈ। ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੂੰਗੇ ਨੂੰ, ਬੋਲੇ ਨੂੰ ਵੀ ਸਿਰ 'ਤੇ ਛਟੀ ਰੱਖ ਕੇ ਕਹਿੰਦੇ ਚੱਲ ਬਹਿ,
ਕਰ ਮਹਾਰਾਜ ਦੀ ਕਥਾ ਸੱਚ ਹੈ। ਜਿੱਦਣ ਆਏ ਸਾਂ ਇੱਥੇ ਸੇਵਾਦਾਰੀ ਸੀ, ਲੰਗਰ ਦੇ ਵਿੱਚ ਸੇਵਾ ਕੀਤੀ, ਪ੍ਰਸ਼ਾਦ ਤੇ ਸੇਵਾ ਕੀਤੀ, ਪਹਿਰੇ ਦੀ ਸੇਵਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰ ਇਤਿਹਾਸ ਨੂੰ ਪਿਆਰ ਸੀ ਦਾਸ ਦਾ। ਇੱਕੋ ਆਸ ਰਹਿੰਦੀ ਸੀ ਕਿਹੜਾ ਦਿਨ ਆਵੇ ਕਿਤੇ ਮੈਂ ਵੀ ਮੈਕ ਦੇ ਅੱਗੇ ਬਵਾਂਗਾ। ਸ਼ਾਇਦ ਜਿਹੜੇ ਬਜ਼ੁਰਗ ਪੁਰਾਣੇ ਆਉਂਦੇ ਉਹਨਾਂ ਨੂੰ ਪਤਾ, ਭਾਈ ਸਾਹਿਬ ਕਥਾ ਕਰਦੇ ਹੁੰਦੇ ਸੀ ਤੇ ਕਿਤੇ ਕਿਤੇ ਮੈਨੂੰ ਮੌਕਾ ਮਿਲਣਾ, ਜਦੋਂ ਗ੍ਰੰਥੀ ਸਾਹਿਬ ਨਾ ਹੋਣਾ ਤੇ ਉਹਨਾਂ ਕਹਿਣਾ ਆ ਜਾ ਕਾਕਾ ਪੜ੍ਹਾ ਨਾਲ, ਤੇ ਮੈਂ ਭੱਜ ਕੇ ਆਉਣਾ ਬੜੇ ਚਾਅ ਨਾਲ ਤੇ ਪੋਥੀ ਦੇ ਸਾਈਡ ਦੇ ਉੱਤੇ ਬਹਿ ਜਾਣਾ। ਤੇ ਕਈ ਵਾਰੀ ਉਹ ਥੋੜ੍ਹੇ ਜਿਹੇ ਗਰਮ ਹੁੰਦੇ ਸੀ ਤੇ ਚਲੋ ਮੈਂ ਤਾਂ ਕਹਿੰਦਾ ਕੁਝ ਨਹੀਂ ਨਾਲ ਦਿਆਂ ਨੂੰ, ਤੇ ਉਹਨਾਂ ਨੇ ਫਿਰ ਮੈਨੂੰ ਦੌਕਾ ਵੀ ਮਾਰ ਦੇਣਾ, ਕਹਿਣਾ ਅੱਖਾਂ ਨਹੀਂ ਹੈਗੀਆਂ ਖੋਲ ਕੇ ਪੜ੍ਹ। ਤੇ ਵੱਡੇ ਸੀ ਇਸ ਕਰਕੇ ਸਾਧ ਸੰਗਤ ਜੀ ਇਹ ਕੋਈ ਖੇਡ ਹੈ ਮੇਰੇ ਮਹਾਰਾਜ ਦੀ। ਤੋ ਸੱਚੇ ਪਾਤਸ਼ਾਹ ਇੰਨੇ ਸੋਹਣੇ ਅਰਥ ਕਰ ਰਹੇ ਹਨ ਕਿ ਪਿਤਾ ਜੀ ਅੱਜ ਕਹਿ ਰਹੇ ਵਾਰ-ਵਾਰ ਕਿ ਹੋਰ ਸੁਣਾਉਣਾ ਕਰੋ। ਕਹਿੰਦੇ ਜਿੱਦਾਂ ਮਿਰਗ ਘੰਡੇ ਹੇੜੇ ਦਾ ਸ਼ਬਦ ਸੁਣ ਕੇ ਆਪਣੀ ਜਾਨ ਦੀ ਬਾਜੀ ਲਾ ਦਿੰਦਾ ਏ, ਇੱਦਾਂ ਮਹਾਰਾਜ ਦੀ ਰਸਨਾ ਇੰਨੀ ਮਿੱਠੀ ਸੀ ਜਿਹੜਾ ਸੁਣ ਲੈਂਦਾ ਤੁਰਿਆ ਜਾਂਦਾ ਰਾਹੀ ਵੀ ਮਹਾਰਾਜ ਦੇ ਕੋਲ ਬਹਿ ਜਾਂਦਾ ਸੀ, ਤੁਰੇ ਜਾਂਦੇ ਪੰਛੀ ਵੀ ਮਹਾਰਾਜ ਦੇ ਕੋਲ ਹਾਜ਼ਰ ਹੋ ਜਾਂਦੇ ਸੀ, ਹਵਾ ਵੀ ਤੁਰੀ ਜਾਂਦੀ ਰੁਕ ਜਾਂਦੀ ਸੀ ਵੀ 4 ਮਿੰਟ ਬਾਬੇ ਨਾਨਕ ਦੇ ਦਰਸ਼ਨ ਕਰ ਆਵਾਂ। ਕਹਿੰਦੇ ਪਹਿਲਾ ਪਰਮ ਪ੍ਰਵੀਨ ਗੀਤਾ ਦਾ ਪਾਠ ਪਵਿੱਤਰ ਪੂਰਾ ਸ਼ੁੱਧ ਜੇ ਕਿਸੇ ਨੇ ਕੀਤਾ ਤੇ ਮੇਰੇ ਬਾਬੇ ਨਾਨਕ ਨੇ। ਕਹਿ ਦਿਓ ਧੰਨ ਗੁਰੂ ਮਾਰੇ ਸਾਰਿਆਂ ਧਰਮਾਂ ਨੂੰ ਪਿਆਰ ਕਰਦੇ, ਕਿਸੇ ਨੂੰ ਦੂਰ ਨਹੀਂ ਕਰਦੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਿੱਠੀ ਰਸਨਾ ਹੈ, ਮਹਾਰਾਜ ਸਾਰਿਆਂ ਨੂੰ ਪਿਆਰ ਕਰਦੇ। ਤਾਂ ਹੀ ਤਾਂ ਬਾਣੀ 'ਚ ਲਿਖਿਆ ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੈ ਗੁਸਈਆਂ। ਕਹਿੰਦੇ ਇੱਕ ਮੁਸਲਮਾਨ ਸੀ ਨਾ, ਉਹ ਹਰਿਮੰਦਰ ਸਾਹਿਬ ਜਾਂਦਾ ਨਹੀਂ ਸੀ। ਕਹਿੰਦਾ ਅਸੀਂ ਕੀ ਕਰਨਾ ਇੱਥੇ, ਅਸੀਂ ਤੇ ਮੱਕੇ ਜਾਂਦੇ। ਤੇ ਨਾਲ ਦਾ ਬੇਲੀ ਕਹਿੰਦਾ ਚੱਲ ਹਰਿਮੰਦਰ 'ਚ ਨਾ ਜਾਈ, ਪ੍ਰਸ਼ਾਦਾ ਤੇ ਛਕ ਲਾ, ਭੁੱਖ ਲੱਗੀ ਲੰਗਰ 'ਚ ਹੀ ਹੋਇਆ। ਕਹਿੰਦਾ ਚੱਲ ਲੰਗਰ 'ਚ ਚੱਲ ਜਾਂਦੇ ਆ। ਇੱਥੇ ਵੀ ਨਾ ਆਉਂਦੇ ਆ ਲੱਕੜਾਂ ਕੱਟਣ ਵਾਲੇ ਮੁਸਲਮਾਨ, ਸਿਆਲ 'ਚ ਆਉਂਦੇ ਹੁੰਦੇ। ਤੇ ਮੇਰਾ ਪ੍ਰੇਮ ਹੈ, ਮੈਂ ਉਹਨਾਂ ਦੇ ਕੋਲ ਬਹਿ ਜਾਣਾ। ਚਲੋ ਮੁਸਾਫਰ ਨੇ ਵਿਚਾਰੇ, ਤੇ ਹੰਕਾਰ ਨਹੀਂ ਕਰਨਾ, ਦੱਸਣਾ ਨਹੀਂ ਚਾਹੀਦਾ। ਇੱਕ ਵਾਰ ਦੀ ਗੱਲ ਹੈ, ਉਹ ਬੜਾ ਰਾਤ ਨੂੰ ਪਰੇਸ਼ਾਨ, ਉਹ ਕਰੇ ਮੇਰੇ ਸਿਰ 'ਚ ਬੜਾ ਦਰਦ ਹੋ ਰਿਹਾ, ਮੈਂ ਦਵਾਈ ਵੀ ਖਾਧੀ ਹਟਦਾ ਨਹੀਂ, ਇਹਨੂੰ ਮਾਫ ਕਰ ਦਿਓ ਜੇ ਮੈਂ ਗਲਤ ਹਾਂ। ਪਰ ਮੇਰੇ ਅੰਦਰ ਇੰਨਾ ਕੁ ਖਿਆਲ ਆਇਆ, ਮੈਂ ਕਿਹਾ ਸਿੱਖਾ ਤੈਨੂੰ ਮੌਕਾ ਮਿਲ ਗਿਆ ਅੱਜ। ਇਹ ਸੀਸਾਂ ਦਾ ਧਿਆਨ ਸੁਣਿਓ ਮੇਰੀ ਜ਼ਿੰਦਗੀ ਦਾ। ਉਦੋਂ ਨਹੀਂ ਸੀ ਮੇਰੇ ਕੋਲ ਆ ਸੰਗਤ ਦਾ ਪਿਆਰ, ਕੁਛ ਨਹੀਂ ਸੀ ਹੈਗਾ। ਕਿਤੇ ਕਿਰਪਾ ਹੁੰਦੀ, ਉਹਦਾ ਸਿਰ ਦਰਦ ਹੋਏ ਤੇ ਵਿਚਾਰਾ ਭੁੰਜੇ ਸੁੱਤਾ, ਗੰਦੇ ਜੇ ਕੱਪੜੇ ਲੀੜੇ, ਤੇ ਮੈਂ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ। ਤੇ ਮੇਰੇ ਅੰਦਰ ਇੱਕ ਚਾਅ ਆਇਆ, ਮੈਂ ਕਿਹਾ ਮੇਰੇ ਗੁਰੂ ਅਰਜਨ ਸਾਹਿਬ ਨੇ 25 ਕਿੱਲਿਆਂ 'ਚ ਸਰੋਵਰ ਬਣਾਇਆ, ਤਰਨ ਤਾਰਨ ਦਾ ਸਭ ਤੋਂ ਵੱਡਾ ਸਰੋਵਰ। ਪਰਿਕਰਮਾ ਕਰਦਿਆਂ ਮਾੜਾ ਬੰਦਾ ਤੇ ਪਰਿਕਰਮਾ ਹੀ ਨਹੀਂ ਕਰਦਾ ਉੱਥੇ, ਪਹਿਲਾਂ ਹੀ ਕਹਿੰਦਾ ਇੱਕ ਬੰਨੇ ਮੱਥਾ ਟੇਕ ਲਓ। ਤੇ ਉੱਥੇ ਮਹਾਰਾਜ ਨੇ ਬਹੁਤ ਵੱਡਾ ਦਵਾਖਾਨਾ, ਤੇ ਜਿੰਨੇ ਕੋੜੇ ਪਿੰਗਲੇ ਲਿਆ ਕੇ ਮਹਾਰਾਜ ਆਸਾ ਦੀ ਵਾਰ ਤੋਂ ਬਾਅਦ 'ਚ ਉਹਨਾਂ ਦਾ ਇਸ਼ਨਾਨ ਕਰਾ ਕੇ ਉਹਨਾਂ ਦੇ ਮੂੰਹ 'ਚ ਆਪ ਪ੍ਰਸ਼ਾਦ ਪਾਉਂਦੇ ਸੀ ਗੁਰੂ ਅਰਜਨ ਸਾਹਿਬ। ਤੇ ਸਾਧ ਸੰਗਤ ਜੀ ਮੈਨੂੰ ਉਹ ਇਤਿਹਾਸ ਯਾਦ ਆਇਆ। ਮੈਂ ਕਿਹਾ ਅੱਜ ਗੁਰੂ ਅਰਜਨ ਸਾਹਿਬ ਦੇ ਘਰੇ ਕੋਈ ਦੁਖੀ ਆ ਤੇ ਤੇਰੇ ਕੋਲ ਟਾਈਮ ਹੈਗਾ। ਤੇ ਮੈਂ ਉੱਪਰ ਗਿਆ ਤੇ ਉੱਥੇ ਜਾ ਕੇ ਸਰੋਂ ਦੀ ਤੇਲ ਅੱਧੀ ਕੌਲੀ ਤੇਲ ਮੈਂ ਲੈ ਆਇਆ। ਤੇ ਮੈਨੂੰ ਕਿਹਾ ਬਹਿ। ਉਹ ਕਹਿੰਦਾ ਵੀ ਇੱਦਾਂ ਨਹੀਂ ਜੀ ਇਹ। ਮੈਂ ਕਿਹਾ ਤੂੰ ਬਹਿ, ਕਾਹਤੋਂ ਸੰਗਦਾ, ਕਾਹਤੋਂ? ਕਹਿੰਦੇ ਨਹੀਂ ਸਰਦਾਰ ਜੀ, ਸਰਦਾਰ ਸਾਹਿਬ ਇੱਦਾਂ ਨਹੀਂ। ਮੈਂ ਕਿਹਾ ਬਹਿ ਜਾ। ਸੱਚ ਜਾਣਿਓ ਪਤਾ ਨਹੀਂ ਵਿਚਾਰਾ ਕਿੰਨਾ ਸਮਾਂ ਹੋ ਗਿਆ ਸੀ ਦੁੱਖਾਂ 'ਚ। ਅੱਧੀ ਕੌਲੀ ਸਰੋਂ ਦੇ ਤੇਲ ਦੀ ਉਹਦੇ ਸਿਰ 'ਚ ਪੈ ਗਈ, ਝੱਸਿਆ। ਤੇ ਫਿਰ ਇੰਨਾ ਕੁ ਉਹਦੇ ਨੇਤਰ ਭਰੇ, ਸਾਰੀ ਕਿਰਪਾ ਵਰਤ ਗਈ। ਤੇ ਮੈਂ ਬਾਅਦ 'ਚ ਪੁੱਛਿਆ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸੀ, ਤੁਸੀਂ ਰੋਜ਼ ਆਉਣੇ ਆ ਇੱਥੇ, ਪ੍ਰਸ਼ਾਦਾ ਵੀ ਛਕਦੇ, ਜਲ ਪਾਣੀ, ਪਰ ਅੰਦਰ ਮੱਥਾ ਕਿਉਂ ਨਹੀਂ ਟੇਕਦੇ, ਅੰਦਰ ਕਿਉਂ ਨਹੀਂ ਜਾਂਦੇ ਗੁਰੂ ਗ੍ਰੰਥ ਸਾਹਿਬ ਕੋਲ? ਕਹਿੰਦਾ ਭਾਈ ਸਾਹਿਬ ਅਸੀਂ ਆਪਣੇ ਧਰਮ 'ਚ ਪੱਕੇ ਹਾਂ, ਕੱਟੜ ਹੈ, ਅਸੀਂ ਆਪਣੇ ਖੁਦਾ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ। ਮੈਂ ਕਿਹਾ ਵਾਹ ਸੱਜਣਾ, ਪਰ ਇੱਕ ਗੱਲ ਪੁੱਛਾਂ, ਤੇਰੀਆਂ ਅੱਖਾਂ 'ਚ ਪਾਣੀ ਕਿਉਂ ਆਇਆ? ਕਹਿੰਦਾ ਤੇਰੇ ਵੱਲ ਵੇਖ ਕੇ। ਤੇ ਮੈਂ ਕਿਹਾ ਜਦੋਂ ਕਿਸੇ ਲਈ ਅੱਖਾਂ 'ਚ ਪਾਣੀ ਆਵੇ, ਸਿਰ 'ਤੇ ਕੀ ਪੂਰੇ ਦਾ ਪੂਰਾ ਅੰਦਰ ਹੀ ਝੁਕ ਜਾਂਦਾ। ਕਹਿੰਦਾ ਠੀਕ ਹੈ, ਮੈਂ ਤੁਹਾਡਾ ਰਿਣੀ ਹੈ, ਤੁਹਾਡੇ ਪਿਆਰ ਨੇ ਮੈਨੂੰ ਮੁੱਲ ਲੈ ਲਿਆ, ਮੈਂ ਖੁਦਾ ਅੱਗੇ ਦੁਆ ਕਰੂੰਗਾ ਰੱਬ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇ।
ਤੇ ਮੈਂ ਕਿਹਾ ਤੇਰਾ ਅੰਦਰ ਝੁਕਿਆ, ਮੇਰੇ ਗੁਰੂ ਨੂੰ ਝੁਕਿਆ ਨਹੀਂ, ਪਰ ਅੱਜ ਮੇਰੇ ਗੁਰੂ ਨੇ ਇਦਾਂ ਦਾ ਕਰਮ ਮੇਤੋਂ ਕਰਾਇਆ, ਤੇਰਾ ਅੰਦਰ ਮੈਨੂੰ ਝੁਕ ਗਿਆ। ਇਦਾਂ ਤੁਸੀਂ ਵੀ ਜ਼ਿੰਦਗੀ 'ਚ ਵਿਚਰਿਆ ਕਰੋ, ਇਦਾਂ ਦੇ ਕਰਮ ਕਰੋ, ਤੁਹਾਡੇ ਗੁਰੂ ਨੂੰ ਸਿਰ ਝੁਕੇ। ਇਦਾਂ ਦੇ ਨਾ ਕਰਿਓ ਵੀ ਕੋਈ 10 ਸਾਲਾਂ ਤੋਂ ਜੁੜਿਆ ਤੇ ਇਦਾਂ ਦਾ ਬੋਲੋ ਮੁੜ ਕੇ ਮੱਥਾ ਟੇਕਣ ਨਾ ਆਵੇ। ਬਹੁਤਿਆਂ ਦੇ ਅੰਦਰ ਬਹੁਤਾ ਹੰਕਾਰ, ਫਿਰ ਮੈਂ ਕਹਿ ਦਿੰਦਾ ਹੁੰਦਾ ਏ, ਕਹਿੰਦੇ ਵੀ ਸਾਰਾ ਮੈਂ ਹੀ ਚੱਕਿਆ ਪ੍ਰਬੰਧ। ਤੋ ਅੱਜ ਵੀ ਮੈਨੂੰ ਯਾਦ ਹੈ, ਮੈਂ ਕਿਹਾ ਵੀ ਤੁਸੀਂ ਮੱਥਾ ਨਹੀਂ ਟੇਕਦੇ, ਕਹਿੰਦੇ ਜੀ ਅਸੀਂ ਆਪਣੇ ਕੁਰਾਨ ਤੇ ਖੁਦਾ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਮੈਂ ਕਿਹਾ ਮੁਬਾਰਕ, ਪਰ ਮੈਂ ਕਿਹਾ ਸਾਡੇ ਵਾਲੇ ਤੇ ਇਦਾਂ ਦੇ ਹੈ, ਹਰਿਆ ਝੰਡਾ ਵੇਖਿਆ ਨਹੀਂ ਤੇ ਸਿੱਖ ਨੇ ਮੱਥਾ। ਕਿਤੇ ਪਤਾ ਲੱਗ ਜੇ ਕਿਤੇ ਚੌਲ ਬਣੇ ਐ 2 ਰੰਗ ਦੇ, ਜਲੇਬੀਆਂ ਕੁਝ ਤੇ ਜਾਂਦੇ ਵੇਖੀਆਂ। ਤੋ ਇਸ ਕਰਕੇ ਸਾਧ ਸੰਗਤ ਜੀ ਮੈਂ ਮੰਨ ਗਿਆ ਵੀ ਇੱਕ ਲੱਕੜਾਂ ਕੱਟਣ ਵਾਲੇ, ਕੱਪੜੇ ਪਾਟੇ, ਕਿੰਨੀ ਗਰੀਬੀ ਤੇ ਧਰਮ ਦੇ ਕਿੰਨੇ ਪੱਕੇ ਐ ਓਏ। ਤੁਹਾਨੂੰ ਤੇ ਦੁੱਧ ਪੁੱਤ ਵੀਜੇ, ਕੋਠੀਆਂ ਗੱਡੀਆਂ, ਇੰਗਲੈਂਡ ਅਮਰੀਕਾ ਵਾਲੇ ਬੈਠੇ, ਤੁਸੀਂ ਇੰਨਾ ਕੁਝ ਰੱਬ ਨੇ ਦਿੱਤਾ। ਥੋੜਾ ਜਿਹਾ ਲਵ ਸੱਚਾ ਕਰਿਆ ਕਰੋ, ਇੱਕ ਸ਼ਬਦ ਦੇ ਨਾਲ ਜੁੜੋ ਨਾ। ਇਹ ਥੋੜਾ ਜਿੱਥੇ ਕੋਈ ਸੁਨਾਮ ਦੇ ਉੱਥੇ ਚੱਲ ਜਾਣੇ ਡੱਬੀ ਅਗਰਬੱਤੀ ਲੈ ਕੇ, ਨਾ ਪਿਆਰ ਕਰੋ, ਪ੍ਰੀਤ ਕਰੋ, ਜੋ ਇੱਕ ਸਿਉ ਆਨ ਦੁਬਦਾ ਜਾਏ। ਬਸ ਪ੍ਰੇਮ ਦੇ ਨਾਲ ਜੁੜ ਜਾਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਦਾਂ ਦਾ ਕਿਤੇ ਗੁਣ ਕਰੋ ਅਗਲੇ ਦੇ ਮੁਖ ਚੋਂ ਨਿਕਲੇ ਧੰਨ ਸਿੱਖ ਦਾ ਗੁਰੂ। ਮਹਾਰਾਜ ਸਾਹਿਬ ਪਰਉਪਕਾਰੀ ਜੀਵਨ ਜੀ ਕੇ ਗਏ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਿੱਠੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ। ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੇਵਾ ਨਿਭਾਈ ਨਾਲ ਆ ਕੇ ਆਪ ਸੰਗਤਾਂ ਦਾ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਮਹਾਰਾਜ ਦੀਆਂ ਕਥਾਵਾਂ ਸੁਣੀਆਂ। ਫਿਰ ਵੀ ਗੁਰੂ ਕੀ ਸੰਗਤ ਦੇਸ਼ ਵਿਦੇਸ਼ ਤੱਕ ਸਰਵਣ ਕਰ ਰਹੀ ਹੈ। ਦਾਸ ਤੋਂ ਕਥਾ ਵਿਚਾਰਾਂ ਕਰਦਿਆਂ ਕੁਝ ਭੁੱਲਾਂ ਹੋ ਗਈਆਂ, ਸੁਭਾਵਿਕ ਹੋ ਜਾਂਦੀਆਂ ਨੇ, ਮਾਫ ਕਰ ਦੇਣੀਆਂ ਜੀ। ਆਓ ਸਾਰੀ ਸੰਗਤ ਸ਼ੁਕਰਾਨਾ ਕਰੀਏ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। फिर संकट जोन गर्भ न आयो, फिर संकट जोन गर्भ न आयो। जप्यो जिन अर्जन देव गुरु, जप्यो जिन अर्जन देव गुरु। जप्यो जिन अर्जन देव गुरु, जप्यो जिन अर्जन देव गुरु। जप्यो जिन अर्जन देव गुरु, जप्यो